दोनों अखां तो मैनूं बिल्कुल भी नहीं दिखदा 1% भी। हालांकि शायद मेरी अखां तो इस चीज़ का अंदाज़ा नहीं हुंदा। लोकी जद मिलदे आ तां ਉਹ ਜਿਹੜੀ ਨੋਰਮਲ ਉਹਨਾਂ ਦਾ ਰਿਐਕਸ਼ਨ ਹੁੰਦਾ ਉਸ ਤੋਂ ਥੋੜਾ ਜਿਹਾ ਹੋਰ ਐਕਸਟਰਾ ਚ ਕਰਦੇ ਕਿ ਅੱਛਾ ਯਾਰ ਤੁਸੀਂ ਵਜਾਇਆ ਐਕਸਾਈਟਡ ਹਾਂ ਵੀ ਯਾਰ ਅੱਛਾ ਕਮਾਲ ਹੈ ਭਾਜੀ। ਮੇਰਾ ਜਿਹੜਾ ਸ਼ੌਂਕ ਸੀਗਾ ਉਹ ਆਰਮੀ ਦਾ ਹੀ ਸੀਗਾ। ਮੈਂ ਇਹ ਚੀਜ਼ ਮੰਨਦਾ ਕਿ ਅਗਰ ਮੈਂ ਸਾਈਟਡ ਹੁੰਦਾ ਤਾਂ ਯਕੀਨਨ ਮੈਂ ਆਰਟਿਸਟ ਤਾਂ ਨਹੀਂ ਹੋਣਾ ਸੀ। ਅੱਛਾ ਜੇ ਸਹੀ ਹੁੰਦੇ ਤੁਸੀਂ ਨਹੀਂ ਹੁੰਦੇ। ਯਕੀਨਨ ਮੈਂ ਆਰਟਿਸਟ ਨਹੀਂ ਹੋਣਾ ਸੀ ਕਿਉਂਕਿ ਮੇਰਾ ਜਿਹੜਾ ਪਰਸਨਲ ਇੰਟਰਸਟ ਅਗਰ ਮੇਰਾ ਰਿਹਾ ਤਾਂ ਮੈਂ ਆਰਮੀ 'ਚ ਜਾਣਾ ਚਾਹੁੰਦਾ ਸੀ। ਢੋਲਕ ਵੀ ਵਜਾ ਲੈਂਦੇ हाँ हाँ बहुत गाने हैं तितलियां वगैरह यार मेरा तितलियां वर्गा हाँ अख खुली ते पता लग गया मैं सुपना वेख रहा सी अमरिंदर जी दा जद लाइयां मणक दियां कलियां ऐसे किन्ने गाने बाजरे दा सिट्टा ज्योति का टांगरी जी दा जड़ा वो उस फिल्म दे बहुत गाने मेरे बज्जे हुए हैं। हालांकि स्टूडियो फील्ड 'ਚ भी मैं बहुत टाइम तो सीगा काम करदा भी पिया सी पर लेकिन एक मुकाम ਜਿਹੜਾ ਮਿਲਦਾ ਉਹ ਫਿਰ ਮੈਨੂੰ ਸੋਚ ਤੋਂ ਔਰ ਬੁਲਟ ਤੇ ਰੱਖਿਆ ਪਟਾਕੇ ਪਾਉਣ ਵਗੈਰਾ ਇਹ ਜਿਹੜੇ ਗਾਣੇ ਮੈਂ ਬਜਾਏ ਜਾਂ ਜਿਹੜੇ ਉਹਨੇ ਬਜਵਾ ਲਏ। ਅੱਛਾ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਇਹ ਵੀ ਤੁਹਾਡਾ ਪਲੇ ਕੀਤਾ ਹਾਰਮੋਨੀਅਮ ਮੇਰਾ बॉम्बे भी काम करिया विशाल मिश्रा जी नाल रीसेंट में ए रहमान साहब कोल भी जाके काम करके आया। किसी ने ये चीज़ नहीं कदी होया कि यार ब्लाइंड है इनू अपा ना लईए मतलब अगर ऐसा होता फिर मैं गाने करदा ही क्यों और हसाना ही गाने मैं कर चुका इस टाइम तक। फासिले ऐसे भी होंगे ये कभी सोचा न था। ਸਤਿ ਸ਼੍ਰੀ ਅਕਾਲ RMB ਟੈਲੀਵਿਜ਼ਨ ਦੇਖ ਰਹੇ ਹੋ ਮੈਂ ਸੰਸਾਰਦੀਪ ਸਿੰਘ ਹਾਂ। ਕਹਿੰਦੇ ਨੇ ਕਿ ਰੱਬ ਬੇਅੰਤ ਆ ਰੱਬ ਜਦੋਂ ਵੀ ਕੋਈ ਚੀਜ਼ ਆਪਾਂ ਆਪਣੇ ਆਪ ਤੋਂ ਖੋਹ ਲੈਂਦਾ ਹੈ ਤਾਂ ਉਸ ਚੀਜ਼ ਦੇ ਬਦਲੇ ਆਪਾਂ ਨੂੰ ਕੁਝ ਨਾ ਕੁਝ ਹੋਰ ਚੰਗਾ ਗੁਣ ਦੇ ਦਿੰਦਾ। ਜਿਸ ਗੁਣ ਦੇ ਸਹਾਰੇ ਇੱਕ ਵਿਅਕਤੀ ਆਪਣੀ ਹਿੰਮਤ ਆਪਣੇ ਹੌਸਲੇ ਤੇ ਆਪਣੀ ਮਿਹਨਤ ਦੇ ਨਾਲ ਆਪਣਾ ਚੰਗਾ ਨਾਮ ਕਿਸੇ ਵੀ ਫੀਲਡ ਦੇ ਵਿੱਚ ਬਣਾ ਸਕਦਾ। ਇੱਕ ਐਸੀ ਹੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜਿਨ੍ਹਾਂ ਨੂੰ ਬਹੁਤ ਥੋੜ੍ਹੀ ਉਮਰ ਦੇ ਵਿੱਚ ਕੁਦਰਤ ਨੇ ਤਾਂ ਮਾਰਿਆ ਪਰ ਕੁਦਰਤ ਜੇਕਰ ਨਹੀਂ ਮਾਰ ਸਕੀ ਉਹਨਾਂ ਦੀ ਹਿੰਮਤ ਉਹਨਾਂ ਦਾ ਹੌਸਲਾ ਅਤੇ ਉਹਨਾਂ ਦਾ ਜਜ਼ਬਾ। ਸਾਡੇ ਨਾਲ ਸ਼ਖਸੀਅਤ ਇੱਕ ਐਸੀ ਮੌਜੂਦ ਹੈ ਜਿਹੜੇ ਅੱਖਾਂ ਤੋਂ ਦੇਖ ਨਹੀਂ ਸਕਦੇ ਪਰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਆ ਅਤੇ ਹਾਰਮੋਨੀਅਮ ਦੇ ਅਤੇ ਤਬਲੇ ਦੇ ਉਸਤਾਦ ਦੇ ਵਜੋਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਾਣੇ ਜਾਂਦੇ ਨੇ। ਬਾਈ ਸ਼ਿਬੂ ਹੋਣੀ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਆਖਰ ਇਹ ਹਿੰਮਤ ਇਹ ਹੌਸਲਾ ਇਹ ਜਜ਼ਬਾ ਇਹਨਾਂ ਨੂੰ ਮਿਲਦਾ ਕਿੱਥੋਂ। ਸ਼ਿਬੂ ਜੀ ਸਵਾਗਤ ਤੁਹਾਡਾ। ਥੈਂਕ ਯੂ ਜੀ ਥੈਂਕ ਯੂ। ਤੁਸੀਂ ਇੰਨੇ ਦੂਰੋਂ ਚੱਲ ਕੇ ਔਰ ਮੇਰੇ ਇੰਟਰਵਿਊ ਵਾਸਤੇ ਆਏ ਹੋ ਸੋ ਨਾਈਸ। ਥੈਂਕ ਯੂ। ਸਿਹਤ ਠੀਕ ਰਹਿੰਦੀ ਜੀ ਤੁਹਾਡੀ ਠੀਕ ਠਾਕ? ਇੱਕਦਮ ਬਿੰਦਾਸ ਵਧੀਆ। ਅੱਛਾ ਸ਼ਿਬੂ ਜੀ ਜਦੋਂ ਨਾ ਗੱਲ ਆਪਾਂ ਚੰਗੇ ਭਲੇ ਇੱਕ ਆਮ ਇਨਸਾਨ ਦੀ ਕਰਦੇ ਹਾਂ ਜਿਹਨੂੰ ਕੁਦਰਤ ਨੇ ਸਭ ਕੁਝ ਦਿੱਤਾ ਉਹ ਵੀ ਹੌਸਲਾ ਹਾਰ ਜਾਂਦਾ ਕਿਤੇ ਨਾ ਕਿਤੇ ਮੋੜ 'ਤੇ ਜਾ ਕੇ ਮੁਸ਼ਕਿਲਾਂ ਦੇ ਸਾਹਮਣੇ। ਸ਼ਿਬੂ ਜੀ ਅੱਜ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਇੱਕ ਅਲੱਗ ਮੁਕਾਮ ਬਣਾਈ ਬੈਠੇ ਨੇ। ਪਹਿਲਾਂ ਮੈਂ ਜਾਣੂੰਗਾ ਹੌਸਲਾ ਕਿੱਥੋਂ ਆਇਆ? ਹੌਸਲਾ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਹੌਸਲਾ ਦੇਣਾ ਕਿਹਨੇ? ਹੌਸਲਾ ਪਰਮਾਤਮਾ ਨੇ ਦੇਣਾ। ਉਹ ਬੜਾ ਬੇਅੰਤ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਕਿਹਨੂੰ ਕਿੱਥੇ ਤੱਕ ਲੈ ਕੇ ਜਾਣਾ ਨਾ। ਔਰ ਫਸਟ ਉਹ ਸੈਕਿੰਡ ਮੇਰੀ ਫੈਮਿਲੀ ਜਿਹੜੇ ਇੰਨਾ ਸਪੋਰਟ ਜਿਨ੍ਹਾਂ ਨੇ ਕਰਿਆ ਮੇਰੇ ਗੁਰੂਜਨ ਜਿਨ੍ਹਾਂ ਤੋਂ ਮੈਂ ਤਾਲੀਮ ਲਈ ਔਰ ਮੇਰੇ ਐਸੇ ਮੇਰੀ ਆਡੀਅੰਸ ਜੋ ਮੈਨੂੰ ਸੁਣ ਕੇ ਮੇਰੇ ਮਤਲਬ ਜਿਨ੍ਹਾਂ ਨੇ ਇੰਨਾ ਪਿਆਰ ਬਖਸ਼ ਦਿੱਤਾ ਕਿ ਆਪਾਂ ਇਸ ਜਗ੍ਹਾ ਤੱਕ ਪਹੁੰਚੇ ਹਾਂ। ਔਰ ਇਹਦੇ ਵਿੱਚ ਵੀ ਐਸਾ ਨਹੀਂ ਕਿ ਸਿੱਧਾ ਹੀ ਇਸ ਜਗ੍ਹਾ ਤੱਕ ਆਏ ਸਟੇਅਰ ਬਾਏ ਸਟੇਅਰ ਕਰਕੇ ਲਿਫਟ ਨਹੀਂ ਹੈ ਇਹਦੇ ਵਿੱਚ। ਇਹ ਸਟੇਅਰ ਬਾਏ ਸਟੇਅਰ ਤੁਸੀਂ ਆਓਗੇ ਤਾਂ ਫਿਰ ਮੈਂ ਉਹ ਹਰ ਚੀਜ਼ ਮਤਲਬ ਛੋਟੇ ਸ਼ੋਜ਼ ਜਿਹੜੇ ਆਪਾਂ ਛੋਟੇ ਲਫ਼ਜ਼ ਯੂਜ਼ ਕਰਦੇ ਪਏ ਹਾਂ ਬੇਸਿਕਲੀ ਨਹੀਂ ਐਸਾ ਨਹੀਂ ਲੇਕਿਨ ਮਤਲਬ ਜੋ ਨੋਰਮਲ ਸ਼ੋਜ਼ ਕਰਦੇ ਆਪਾਂ ਫਿਰ ਇਸ ਜਗ੍ਹਾ ਤੱਕ ਇੰਡਸਟਰੀ ਤੱਕ ਪਹੁੰਚੇ ਹਾਂ ਤਾਂ ਲੰਬਾ ਸਫ਼ਰ ਹੈ ਲੰਬਾ ਸਫ਼ਰ ਹੈ। ਤੇ ਤੁਸੀਂ ਅੱਖਾਂ ਤੋਂ ਦੇਖ ਨਹੀਂ ਸਕਦੇ ਕੁਦਰਤ ਨੇ ਇੱਕ ਚੀਜ਼ ਜਿਹੜੀ ਆ ਤੁਹਾਤੋਂ ਖੋਹ ਲਈ ਆ। ਇਹ ਹਾਦਸਾ ਬਾਏ ਬਰਥ ਹੁੰਦਾ ਜਾਂ ਜ਼ਿੰਦਗੀ ਦੇ ਵਿੱਚ ਐਸਾ ਮੋੜ ਆ ਜਾਂਦਾ ਕਿ ਸ਼ਿਬੂ ਹੱਸਦਾ ਖੇਡਦਾ ਜਿਹੜਾ ਉਹ ਇਸ ਤਰ੍ਹਾਂ ਹਨੇਰੇ ਦੇ ਵਿੱਚ ਚਲਿਆ ਜਾਂਦਾ? ਇਹਦੇ ਵਿੱਚ ਨਾ ਐਕਚੁਅਲੀ ਮਤਭੇਦ ਹੈ ਡਾਕਟਰਸ ਔਰ ਮੇਰੇ ਪੇਰੈਂਟਸ ਦਾ। ਆਈ ਐਮ ਐਗਰੀ ਵਿਦ ਮਾਈ ਪੇਰੈਂਟਸ।
ਡਾਕਟਰ ਕਹਿੰਦੇ ਨੇ ਕਿ ਮੈਂ ਬਾਈ ਬਰਥ ਬਲਾਈਂਡ ਹਾਂ। ਤੇ ਜਿਹੜੇ ਮੇਰੇ ਪੇਰੈਂਟਸ ਹੈਗੇ ਆ ਉਹ ਕਹਿੰਦੇ ਆ ਵੀ 9 ਮਹੀਨੇ ਦੀ ਉਮਰ 'ਚ ਮੈਂ ਖੇਲਦਾ ਪਿਆ ਸੀ ਆਪਣੇ ਮਤਲਬ ਮੰਜੇ 'ਤੇ ਪਿੰਡ ਆਪਣੇ, ਅਤੇ ਮੈਂ ਮੰਮਾ ਕੱਪੜੇ ਧੋ ਰਹੇ ਸੀ ਅਤੇ ਮੈਂ ਮੰਮਾ ਵੱਲ ਜਾਣ ਦੀ ਕੋਸ਼ਿਸ਼ 'ਚ ਉਹਨਾਂ ਦੀ ਆਵਾਜ਼ ਸੁਣ ਕੇ ਅਤੇ ਮੈਂ ਗਿਰ ਗਿਆ ਸੀ ਚਾਰਪਾਈ ਤੋਂ, ਅਤੇ ਮੇਰੇ ਸਿਰ 'ਤੇ ਸੱਟ ਲੱਗਣ ਕਰਕੇ ਜੋ ਹੈ ਕੋਈ ਆਪਟਿਕ ਨਰਵ ਜਾਂ ਸੁੱਕ ਗਈ ਜਾਂ ਦੱਬ ਗਈ, ਅਤੇ ਉਹ ਫਿਰ ਕਾਫੀ ਟਰੀਟਮੈਂਟ ਤੋਂ ਬਾਅਦ ਵੀ ਜੋ ਹੈ ਉਹਦਾ ਕੋਈ ਸੋਲਿਊਸ਼ਨ ਨਿਕਲਿਆ ਨਹੀਂ। ਹਾਂ, ਅਤੇ ਉਹ ਪੇਰੈਂਟਸ ਨੂੰ ਜ਼ਿਆਦਾ ਪਤਾ ਹੁੰਦਾ ਨਾ, ਕਿਉਂਕਿ ਤੁਸੀਂ ਬਚਪਨ 'ਚ ਮੇਰੀ ਐਕਟੀਵਿਟੀਜ਼ ਕੀ ਹੋਣਗੀਆਂ ਹਾਂ ਬਿਫੋਰ ਬਲਾਈਂਡਨੈਸ, ਅਤੇ ਫਿਰ ਆਫਟਰ ਉਹ ਮਤਲਬ ਉਹ ਸਾਰੀ ਚੀਜ਼ ਰੁਕਦੀ ਹੈ ਫਿਰ ਨਾ ਤੁਹਾਡਾ ਉਹ ਇਹ ਚੀਜ਼ ਹੋਈ। ਅਤੇ ਤੁਸੀਂ ਬੇਸਿਕਲੀ ਚੰਡੀਗੜ੍ਹ ਤੋਂ ਹੈਗੇ ਜਾਂ ਬੈਕਗਰਾਊਂਡ ਤੁਹਾਡਾ? ਮੈਂ ਚੰਡੀਗੜ੍ਹੋਂ ਨਹੀਂ ਹਾਂ, ਬੇਸਿਕਲੀ ਆਈ ਐਮ ਫਰੋਮ ਆਦਮਪੁਰ, ਇਹ ਜਲੰਧਰ ਹੁਸ਼ਿਆਰਪੁਰ ਦੇ ਮਿਡ 'ਚ ਪੈਂਦਾ ਹੈ, ਅਤੇ ਮੇਰਾ ਉੱਥੇ ਮਤਲਬ ਉੱਥੇ ਮਕਾਨ ਹੈਗੇ ਆਪਣੇ, ਮੇਰੇ ਚਾਚਾ ਚਾਚੀ ਜੀ ਹਾਂ ਪਰਿਵਾਰ ਹੈਗੇ ਆ, ਚਾਚੀ ਜੀ ਆ, ਚਾਚਾ ਜੀ ਤਾਂ ਹੁਣ ਨਹੀਂ ਹੈ, ਅਤੇ ਉਹਨਾਂ ਦੇ ਬੱਚੇ ਹਾਂ ਹੈਗੇ ਆ ਸਭ ਹੈਗੇ। ਅੱਛਾ, ਅਤੇ ਤੁਸੀਂ ਨਾ ਆਪਾਂ ਜਿੱਦਾਂ ਆਫ ਦਾ ਰਿਕਾਰਡ ਗੱਲਾਂ ਕਰਦੇ ਸੀ ਕਿ ਮਿਊਜ਼ਿਕ ਦੇ ਨਾਲ ਤੁਹਾਨੂੰ ਇੱਕ ਇਸ਼ਕ ਹੈਗਾ, ਇਸ ਹਾਰਮੋਨੀਅਮ ਦੇ ਨਾਲ ਇੱਕ ਪਿਆਰ ਹੈਗਾ, ਇਹ ਹਾਰਮੋਨੀਅਮ ਦੇ ਨਾਲ ਪਿਆਰ ਜਾਂ ਤਬਲੇ ਦੇ ਨਾਲ ਪਿਆਰ ਗੁੜਤੀ ਦੇ ਵਿੱਚ ਮਿਲਦਾ? ਕੋਈ ਮਿਊਜ਼ਿਕ ਦੇ ਨਾਲ ਕਿਸੇ ਦਾ ਪਿਆਰ ਪਰਿਵਾਰ ਦੇ ਵਿੱਚ ਪਹਿਲਾਂ ਰਹਿੰਦਾ, ਜਾਂ ਫਿਰ ਇਹ ਰੱਬ ਨੇ ਜਿੱਦਾਂ ਕਹਿਤਾ ਕਿ ਇੱਕ ਚੀਜ਼ ਲੈ ਲਈ ਅਤੇ ਦੂਜੀ ਚੀਜ਼ ਦੇ ਦਿੱਤੀ, ਉਹ ਸੀਨ ਹੈ? ਦੇਖੋ ਮੇਰੇ ਨਾਲ ਮੈਨੂੰ ਲੱਗਦਾ ਕਿ ਜਿਹੜਾ ਮਿਊਜ਼ਿਕ ਮੈਨੂੰ ਮਿਲਿਆ ਨਾ, ਉਹ ਸ਼ਾਇਦ ਉਹ ਪ੍ਰਮਾਤਮਾ ਦੀ ਮਰਜ਼ੀ, ਉਹਦੀ ਇੱਕ ਰਜ਼ਾ ਕਰਕੇ ਮਿਲਿਆ, ਕਿਉਂਕਿ ਤੁਸੀਂ ਦੇਖੋ ਨਾ ਕਿ ਮੇਰੀ ਜੋ ਮੈਂ ਛੋਟਾ ਸੀ ਜਦ, ਅਤੇ ਉਸ ਟਾਈਮ ਹੁਣ ਨੋਰਮਲ ਬੱਚਾ ਉਹ ਖਿਡੌਣੇ ਨਾਲ ਖੇਡੇਗਾ ਜਾਂ ਕੁਛ ਨਾ ਕੁਛ ਹੈ ਨਾ, ਐਕਟੀਵਿਟੀਜ਼ ਉਹਦੀ ਅਲੱਗ ਤਰ੍ਹਾਂ ਦੀ ਹੁੰਦੀ, ਉਹ ਖਿਡੌਣਿਆਂ ਨਾਲ ਖੇਲਣਾ, ਉਹਨੇ ਸ਼ਰਾਰਤਾਂ ਕਰਨੀਆਂ ਹੈ ਨਾ, ਬਾਕੀ ਚੀਜ਼ਾਂ। ਮੇਰੇ ਨਾਲ ਐਸਾ ਨਹੀਂ ਸੀ, ਮੇਰਾ ਐਂਟਰਟੇਨਮੈਂਟ ਉਸ ਟਾਈਮ ਵੀ ਥਾਲੀ ਵਜਾ ਕੇ, ਦਰਵਾਜ਼ੇ ਵਜਾ ਕੇ, ਡੱਬੇ ਵਜਾ ਕੇ ਹੁੰਦਾ ਸੀ ਹੈ ਨਾ। ਫਿਰ ਘਰਦਿਆਂ ਨੂੰ ਲੱਗਿਆ ਕਿ ਯਾਰ ਇਹ ਮਿਊਜ਼ਿਕ 'ਚ ਇੰਟਰਸਟਿਡ ਤਾਂ ਹੈਗਾ ਤਾਂ ਹੈ, ਪਰ ਹੁਣ ਕਿੱਦਾਂ ਹੋਏਗਾ। ਫਿਰ ਉਹਨਾਂ ਨੇ ਮੈਨੂੰ ਪਾਇਆ 26 ਸੈਕਟਰ ਬਲਾਈਂਡ ਸਕੂਲ ਹੈਗਾ, ਉੱਥੇ ਪੇਰੈਂਟਸ ਬੇਸਿਕਲੀ ਚੰਡੀਗੜ੍ਹ ਦੇ ਵਿੱਚ ਹੀ ਰਹਿੰਦੇ ਸੀ? ਨਹੀਂ, ਉਹ ਮੈਂ ਜਦ ਬਲਾਈਂਡ ਹੋਇਆ ਨਾ, ਉਸ ਤੋਂ ਬਾਅਦ ਉਹ ਮੈਨੂੰ ਚੰਡੀਗੜ੍ਹ ਲੈ ਕੇ ਆਏ ਮੇਰੇ ਟਰੀਟਮੈਂਟ ਵਾਸਤੇ ਬੇਸਿਕਲੀ। ਹੁਣ ਟਰੀਟਮੈਂਟ ਵਾਸਤੇ ਜਦੋਂ ਲੈ ਕੇ ਆਏ ਤਾਂ ਫਿਰ ਉਹ ਇੱਥੇ ਇਹ ਹੋ ਗਿਆ ਜੀ, ਹਰ ਦੂਜੇ ਤੀਜੇ ਦਿਨ ਹੋਸਪਿਟਲ ਜਾਣਾ, ਫਿਰ ਪਿੰਡੋਂ ਆਉਣਾ ਮੁਸ਼ਕਿਲ ਸੀ। ਫਿਰ ਡਿਸਾਈਡ ਇਹ ਹੋਇਆ ਜੀ ਆਪਾਂ ਇੱਥੇ ਰੈਂਟ 'ਤੇ ਘਰ ਲਵਾਂਗੇ, ਦੈਨ ਇੱਥੇ ਹੀ ਰਵਾਂਗੇ ਹੈ ਨਾ, ਕਿਉਂਕਿ ਸੋਲਿਊਸ਼ਨ ਇਹਦਾ ਸੈਕਿੰਡ ਕੁਛ ਨਹੀਂ ਸੀਗਾ। ਫਿਰ ਰੈਂਟ 'ਤੇ ਰਹਿੰਦੇ ਰਹਿੰਦੇ ਹੀ ਫਿਰ ਘਰਦਿਆਂ ਨੇ ਮਤਲਬ ਸੋਚਿਆ ਵੀ ਇਹਨੂੰ ਪੜ੍ਹਾ ਲਿਆ ਜਾਵੇ ਤਾਂ ਕਿ ਇਨ ਫਿਊਚਰ ਇਹਨੂੰ ਦਿੱਕਤ ਨਾ ਆਵੇ ਕੋਈ ਅੱਗੇ ਹੈ ਨਾ। ਅਤੇ ਮੈਂ ਜਦ ਬਲਾਈਂਡ ਸਕੂਲ ਗਿਆ ਮਿਊਜ਼ਿਕ ਤਾਂ, ਕਿਉਂਕਿ ਮੈਂ ਬਚਪਨ 'ਚ ਹੀ ਕਿਤੇ ਨਾ ਕਿਤੇ ਡੱਬੇ ਵਜਾ ਕੇ ਇਹ ਚੀਜ਼ ਪ੍ਰੂਵ ਕਰਤੀ ਸੀ ਕਿ ਮੈਂ ਕਰੂੰਗਾ ਸ਼ਾਇਦ ਮਿਊਜ਼ਿਕ ਹੀ, ਵੀ ਨਾਮ ਕਮਾਉਣਾ ਮਿਊਜ਼ਿਕ ਨੂੰ। ਨਾਮ ਤਾਂ ਨਹੀਂ ਪਤਾ ਲੇਕਿਨ ਮੈਂ ਕਰੂੰਗਾ ਹੀ। ਅਤੇ ਫਿਰ ਮੈਂ ਸਕੂਲ ਗਿਆ ਅਤੇ ਉੱਥੇ ਮੈਨੂੰ ਮਿਊਜ਼ਿਕ ਜਾਂਦੇ ਮੈਨੂੰ ਹਾਰਮੋਨੀਅਮ ਦਿਖਿਆ, ਮਤਲਬ ਹਾਰਮੋਨੀਅਮ ਮੇਰੇ ਸਾਹਮਣੇ ਆਇਆ, ਤਬਲਾ ਆਇਆ ਹੈ ਨਾ, ਅਤੇ ਮੇਰਾ ਲਗਾਵ ਫਿਰ ਹੌਲੀ ਹੌਲੀ ਮੇਰੇ ਗੁਰੂ ਜੀ ਬਾਬੂ ਰਾਮ ਤੋਮਰ ਜੀ ਤਬਲੇ ਵਾਲੇ, ਅਤੇ RL ਰਾਠੌਰ ਸਾਹਿਬ, NS ਰਾਠੌਰ ਸਾਹਿਬ ਹੈ ਨਾ, ਜਿਨ੍ਹਾਂ ਦੀ ਬਲੈਸਿੰਗਸ ਮੈਨੂੰ ਸਕੂਲ 'ਚ ਮਿਲੀਆਂ, ਔਰ ਮੈਂ ਉੱਥੇ ਮੈਨੂੰ ਮਿਊਜ਼ਿਕ ਐਜ਼ ਅ ਸਬਜੈਕਟ ਮਿਲ ਗਿਆ। ਫਿਰ ਹੌਲੀ ਹੌਲੀ ਕਰਕੇ ਸਕੂਲ ਦੇ ਕੰਪੀਟੀਸ਼ਨਸ ਵਗੈਰਾ ਲੜੇ, ਬੜਾ ਕੁਛ ਉਸ ਮਤਲਬ ਬਹੁਤ ਅੱਛਾ ਮੇਰਾ ਜਿਹੜੀ ਹੁਣ ਤੱਕ ਦੀ ਪੂਰੀ ਲਾਈਫ ਜੋ ਹੈ, ਮੈਂ ਬਹੁਤ ਅੱਛੇ ਤਰੀਕੇ ਨਾਲ ਮਿਊਜ਼ਿਕ ਤਾਂ ਮਤਲਬ ਹੰਢਾਇਆ ਹੈ ਆਪਣੀ ਲਾਈਫ। ਅੱਛਾ ਬਾਈ ਸ਼ਿਬੂ ਜੀ, ਜਦੋਂ ਨਾ ਇੱਕ ਬੱਚਾ ਹੁੰਦਾ, ਕਹਿੰਦੇ ਨੇ ਕਿ ਬੱਚੇ ਦਾ ਮਨ ਇੱਕ ਗਿੱਲੀ ਮਿੱਟੀ ਦੀ ਤਰ੍ਹਾਂ ਹੁੰਦਾ, ਜਿੱਧਰ ਨੂੰ ਮਰਜ਼ੀ ਉਸ ਨੂੰ ਜਿਹੜਾ ਢਾਲ ਲਿਆ ਜਾਵੇ। ਤੁਸੀਂ ਕੁਦਰਤ ਦੇ ਵੱਲੋਂ ਤੁਹਾਨੂੰ ਸੱਟ ਮਾਰੀ ਗਈ, ਤੁਸੀਂ ਬਲਾਈਂਡ ਹੋ ਗਏ, ਜਦੋਂ ਆਮ ਬੱਚਿਆਂ ਦੇ ਕੋਲ ਜਾਂਦੇ ਹੋਵੋਗੇ ਤੁਸੀਂ, ਜਾਂ ਚਲੋ ਬਲਾਈਂਡ ਸਕੂਲ ਦੇ ਵਿੱਚ ਤੁਸੀਂ ਪੜ੍ਹੇ ਹੋ, ਆਮ ਆਂਢੀਆਂ ਗੁਆਂਢੀਆਂ ਦੇ, ਆਮ ਰਿਸ਼ਤੇਦਾਰਾਂ ਦੇ ਬੱਚਿਆਂ ਦੇ ਕੋਲ ਤੁਸੀਂ ਜਾਂਦੇ ਹੋਵੋਗੇ, ਕਦੇ ਮਜ਼ਾਕ ਦਾ ਪਾਤਰ ਬਣਨਾ ਪਿਆ, ਜਾਂ ਇੱਦਾਂ ਦੀਆਂ ਸਿਚੁਏਸ਼ਨਾਂ ਜਿਹਦੇ ਨਾਲ ਸ਼ਿਬੂ ਹੋਣਾ ਦਾ ਕਦੇ ਦਿਲ ਟੁੱਟਿਆ ਹੋਵੇ, ਇੱਦਾਂ ਦੀ ਸਿਚੁਏਸ਼ਨ ਕੋਈ? ਨੈਵਰ, ਕਦੀ ਵੀ ਨਹੀਂ। ਮੇਰੀ ਖੁਸ਼ਕਿਸਮਤੀ ਇਹ ਰਹੀ ਕਿ ਮੇਰੇ ਜਿਹੜੇ ਯਾਰ ਦੋਸਤ ਮੈਨੂੰ ਮਿਲੇ, ਜਾਂ ਮੇਰੇ ਗੁਰੂਜਨ ਮਿਲੇ, ਜਾਂ ਮੇਰੀ ਫੈਮਿਲੀ ਮੈਨੂੰ ਮਿਲੀ, ਉਹ ਸਾਰੀ ਇੰਨੀ ਕੋਆਪਰੇਟਿਵ ਔਰ ਇੰਨੀ ਮਤਲਬ ਵਧੀਆ। ਅਦਰਵਾਈਜ਼ ਕਿਉਂਕਿ ਅਗਰ ਇਹ ਸਭ ਮੇਰੇ ਕੋਲ ਨਾ ਹੁੰਦਾ ਨਾ, ਤਾਂ ਇਸ ਟਾਈਮ ਤੁਸੀਂ ਮੇਰਾ ਇੰਟਰਵਿਊ ਨਾ ਕਰ ਰਹੇ ਹੁੰਦੇ, ਮੈਂ ਇਸ ਪੋਜੀਸ਼ਨ 'ਚ ਐਟਲੀਸਟ ਨਹੀਂ ਹੋਣਾ ਸੀ। ਅਤੇ ਮੈਂ ਇਸ ਚੀਜ਼ ਤੋਂ ਬੜਾ ਖੁਸ਼ਕਿਸਮਤ ਸੀਗਾ ਕਿ ਮੈਨੂੰ ਇਹ ਚੀਜ਼ਾਂ ਦਾ ਸਫ਼ਰ ਨਹੀਂ ਕਰਨਾ ਪਿਆ। ਮਤਲਬ ਮੇਰੀ ਜ਼ਿੰਦਗੀ ਉਸ ਤਰ੍ਹਾਂ ਦੇ ਸਫ਼ਰ 'ਚ ਨਹੀਂ ਕੱਢੀ ਜੋ ਇੱਕ ਮਤਲਬ ਬਿਨਾਂ ਅੱਖਾਂ ਤੋਂ ਆਪਾਂ ਕਹਿ ਸਕਦੇ ਹਾਂ ਵੀ ਯਾਰ ਬੰਦੇ ਨੂੰ ਬੜਾ ਮਤਲਬ
ਲੋਕਾਂ ਤੋਂ ਹਾਂ ਮਜ਼ਾਕ ਦਾ ਦਿਆ ਦਾ ਪਾਤਰ ਬਣ ਗਏ ਤੁਸੀਂ ਹੈ ਨਾ, ਉਹ ਜ਼ਿੰਦਗੀ ਮੈਂ ਨਹੀਂ ਜੀ। ਮੈਂ ਮਤਲਬ ਕਿਉਂਕਿ ਸਕੂਲ ਟਾਈਮ ਤੋਂ ਹੀ ਮੈਂ ਆਪਣੇ ਭਰਾ ਨਾਲ, ਮੇਰੇ ਭਰਾ ਵੀ ਸਿੰਗਰ ਹੈਗੇ ਆ, ਉਹਨਾਂ ਨਾਲ ਮੈਂ ਸ਼ੋਜ਼ ਵਗੈਰਾ ਦੇ ਉਸ ਟਾਈਮ ਤਾਂ ਸਕੂਲੋਂ ਬੰਕ ਕਰਕੇ ਚਲੇ ਜਾਈਦਾ ਸੀ ਤੇ ਬੰਕ ਕਰਦੇ ਸੀ ਯਾ ਤੇ ਉਹ ਵੀ ਹੈ। ਤੇ ਉਹ ਉਸ ਟਾਈਮ ਫਿਰ ਉਹ ਚੀਜ਼ ਸ਼ੁਰੂ ਹੋ ਗਈ, ਇੱਕ ਤਰ੍ਹਾਂ ਦੀ ਮੇਰੀ ਅਰਨਿੰਗ ਸਕੂਲ ਤੋਂ ਹੀ ਸ਼ੁਰੂ ਹੋ ਗਈ, ਸਮਝ ਲਓ ਤੁਸੀਂ। ਮੈਂ ਇੱਕ ਤਰ੍ਹਾਂ ਦਾ ਪ੍ਰੋਫੈਸ਼ਨਲ ਆਰਟਿਸਟ, ਸੈਮੀ ਪ੍ਰੋਫੈਸ਼ਨਲ ਆਰਟਿਸਟ, ਮਤਲਬ ਸਕੂਲ ਤੋਂ ਬਣ ਗਿਆ। ਤੇ ਫਿਰ ਉਸ ਤੋਂ ਬਾਅਦ ਫਿਰ ਸ਼ੋਜ਼ ਵਗੈਰਾ, ਬਹੁਤ ਲੰਬੀ ਜਰਨੀ, ਕਦੀ ਕਿੱਧਰ ਮੈਂ ਮਤਲਬ ਅੱਛੇ ਸਿੰਗਰਸ ਨਾਲ ਵਜਾਇਆ। ਫਿਰ ਇੱਕ ਨਿਸ਼ਾ ਜੀ, ਸਵੀਟੀ ਮੈਮ, ਉਹਨਾਂ ਨਾਲ ਮੈਂ 5 ਸਾਲ ਕੰਟੀਨਿਊ ਕੰਮ ਕਰਿਆ। ਅੱਛਾ ਜੀ। ਹਾਂ, ਔਰ ਪੰਜਾਬ ਪੂਰਾ, ਮਤਲਬ ਅਸੀਂ ਕੋਈ ਜਗ੍ਹਾ ਹੀ ਨਹੀਂ ਛੱਡੀ ਪੰਜਾਬ ਦੀ। ਦੁਰਗਾ ਰੰਗੀਲਾ ਜੀ ਨਾਲ, ਹਾਂ ਉਹਨਾਂ ਨਾਲ ਐਜ਼ ਅ ਕੀਬੋਰਡ ਪਲੇਅਰ, ਐਜ਼ ਅ ਤਬਲਾ ਪਲੇਅਰ। ਹੋਰ ਵੀ ਬੜੇ ਮਤਲਬ ਸ਼ੋਜ਼ ਮੈਂ ਬਹੁਤ ਕਰੇ ਹੈ। ਮਤਲਬ ਮੈਂ ਤੁਹਾਨੂੰ ਕਹਿ ਰਿਹਾ ਨਾ, ਇੱਥੇ ਤੱਕ ਸਟੂਡੀਓ ਟਿਕ ਕੇ ਬੈਠਣਾ ਔਰ ਵਜਾਣਾ, ਔਰ ਮਤਲਬ ਉਹਦੀ ਕਿਰਪਾ ਹੋ ਜਾਣਾ, ਇਹ ਬਹੁਤ ਮਤਲਬ ਛੋਟਾ ਸਫ਼ਰ ਨਹੀਂ ਹੈ। ਮਤਲਬ ਬਹੁਤ ਕੁਛ ਦੇਖ ਕੇ, ਗਰਮੀਆਂ ਝੱਲ ਕੇ, ਮੇਲੇ ਵਜਾ ਕੇ, ਤੇ ਬੜਾ ਕੁਛ ਦੇਖ ਕੇ ਇਹ ਜਗ੍ਹਾ ਮਿਲੀ ਹੈ। ਫਿਰ ਤੇ ਤੁਸੀਂ ਦੁਰਗਾ ਰੰਗੀਲਾ ਸਾਹਿਬ ਦਾ ਨਾਮ ਲਿਆ, ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਵੱਡਾ ਨਾਮ ਦੁਰਗਾ ਰੰਗੀਲਾ ਜੀ। ਇੱਦਾਂ ਦੇ ਸਿੰਗਰ ਦੇ ਨਾਲ ਜਦੋਂ ਕੋਈ ਵੀ ਸਾਜੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਾ ਤਾਂ ਓਬਵੀਅਸ ਗੱਲ ਆ ਕਿ ਉਹ ਨਰਵਸ ਹੋ ਜਾਂਦਾ। ਉਹਨੂੰ ਹੁੰਦਾ ਕਿ ਇੱਕ ਵੱਡਾ ਨਾਮ ਹੈਗਾ, ਯਾਰ ਮੈਂ ਕਿਤੇ ਕੋਈ ਗਲਤੀ ਨਾ ਕਰ ਬੈਠਾ। ਤੁਹਾਡੇ ਤੇ ਉਹਨਾਂ ਨੇ ਕਦੇ ਸ਼ੰਕਾ ਨਹੀਂ ਕੀਤਾ ਕਿ ਜੇਕਰ ਮੇਰੇ ਨਾਲ ਪ੍ਰੋਪਰ ਪਰਫੈਕਟ ਬੰਦੇ ਜਿਹੜੇ ਨੇ, ਜਾਂ ਜਿਹੜੇ ਨੂੰ ਸਾਰਾ ਕੁਝ ਦਿਖਦਾ ਹੈਗਾ, ਉਹ ਕਿਤੇ ਨਾ ਕਿਤੇ ਗਲਤੀ ਕਰ ਦਿੰਦੇ ਨੇ, ਵੀ ਇਹ ਵਿਅਕਤੀ ਜਿਹਨੂੰ ਦਿਖਦਾ ਕੁਛ ਨਹੀਂ ਵੀ ਉਹ ਬਜਾ ਪਾਏਗਾ, ਉਹਨਾਂ ਦੇ ਨਹੀਂ ਕਿਤੇ? ਨਹੀਂ, ਦੁਰਗਾ ਭਾਜੀ ਉਹਨਾਂ ਨੇ ਵੀ ਕਿਹਾ, ਮਤਲਬ ਮੇਰੇ ਨਾਲ ਐਸਾ ਕਦੀ ਵੀ ਨਹੀਂ ਹੋਇਆ, ਕਿਉਂਕਿ ਜਦ ਮੈਂ ਇੰਸਟਰੂਮੈਂਟ 'ਤੇ ਹੱਥ ਰੱਖਣਾ ਹੀ ਨਾ, ਬਸ ਉਹਨਾਂ ਨੇ ਸਮਝ ਲੈਣਾ ਕਿ ਇਹ ਸੰਭਾਲ ਲਏਗਾ। ਅੱਛਾ। ਹਾਂ, ਮਤਲਬ ਮੈਂ ਭਾਜੀ ਨਾਲ ਤਬਲਾ ਵੀ ਵਜਾਇਆ, ਹਾਰਮੋਨੀਅਮ, ਮੈਂ ਸਰਦੂਲ ਭਾਜੀ ਨਾਲ ਵੀ 1-2 ਵਾਰੀ। ਹਾਂ, ਮੇਰੇ ਬਹੁਤ ਅੱਛੇ ਨੋਨ ਸੀਗੇ। ਅਸੀਂ ਮਤਲਬ ਫੋਨੋ ਫਰੈਂਡ ਤਾਂ ਕਮਾਲ ਹੀ ਸੀਗੇ, ਅਤੇ ਜਦ ਮਿਲਦੇ ਵੀ ਸੀਗੇ ਤਾਂ ਮਤਲਬ ਆਪਾਂ ਫੋਨ 'ਤੇ ਸਾਡਾ ਘੰਟਾ 1.5 ਘੰਟਾ ਗੱਲ ਹੁੰਦੀ ਰਹਿੰਦੀ ਸੀ। ਭਾਜੀ ਨਾਲ ਬਹੁਤ ਪਿਆਰ ਸੀ। ਮੇਰੇ ਫੇਵਰੇਟ ਵੀ ਇੱਕ ਚੀਜ਼ ਸਰਦੂਲ ਭਾਜੀ, ਮਤਲਬ ਮੈਂ ਉਹਨਾਂ ਦਾ ਬਹੁਤ ਰਿਗਾਰਡ ਕਰਦਾ। ਅਤੇ ਉਹ ਮਤਲਬ ਉਹਨਾਂ ਨਾਲ ਵੀ ਮੈਂ ਵਜਾਇਆ, ਮੈਂ ਨਰਵਸ ਉਹਨਾਂ ਨਾਲ ਵੀ ਨਹੀਂ ਹੋਇਆ। ਮਤਲਬ ਕਿਉਂਕਿ ਮੈਨੂੰ ਇੰਨਾ ਕੁ ਵਿਸ਼ਵਾਸ ਸੀਗਾ ਕਿ ਮੈਂ ਜੋ ਗੁਰੂਜਨਾਂ ਤੋਂ ਤਾਲੀਮ ਲਈ ਹੈ, ਉਹ ਇੰਨਾ ਕੁ ਤਾਂ ਮੈਂ ਕਰ ਲੂੰਗਾ ਕਿ ਉਹ ਮਤਲਬ ਭਾਜੀ ਵੀ ਮੇਰੇ ਤੋਂ ਖੁਸ਼ ਹੋ ਕੇ ਉਹਨਾਂ ਨੇ ਮੈਨੂੰ ਇਨਾਮ ਵੀ ਦਿੱਤਾ, ਸਰਦੂਲ ਭਾਜੀ ਨੇ, ਮੈਨੂੰ ਯਾਦ ਹੈ। ਹਾਂ, ਅਤੇ ਉਹ ਕਦੀ ਐਸਾ ਹੋਇਆ ਨਹੀਂ। ਅੱਛਾ, ਤੁਸੀਂ ਸਰਦੂਲ ਸਿਕੰਦਰ ਉਹਨਾਂ ਨਾਲ ਵਜਾਇਆ, ਦੁਰਗਾ ਰੰਗੀਲਾ ਜੀ ਨਾਲ ਵਜਾਇਆ, ਸਲੀਮ ਭਾਜੀ ਨਾਲ ਵਜਾਇਆ, ਮਾਸਟਰ ਸਲੀਮ ਜੀ ਨਾਲ, ਵਾਹ ਜੀ, ਸਭ ਨਾਲ ਵਜਾਇਆ। ਮਤਲਬ ਬਹੁਤ ਕਿੰਨੇ ਸ਼ੋਅ ਕਰ ਚੁੱਕੇ ਹੋ ਹਾਲੇ ਤੱਕ? ਕਿੰਨੇ ਸਿੰਗਰਾਂ ਦੇ ਨਾਲ ਕਰ ਚੁੱਕੇ ਹੋ, ਜੇ ਮੋਟਾ ਰਾਊਂਡ ਫਿਗਰ ਆਪਾਂ ਦੇਖੀਏ? ਕੁਛ ਨਹੀਂ ਕਹਿ ਸਕਦਾ, ਕਿਉਂਕਿ ਸ਼ੋਜ਼ ਇੱਕ ਮਤਲਬ ਤੁਸੀਂ ਮੰਨ ਕੇ ਚੱਲੋ 12-13 ਤੱਕ ਤਾਂ ਮੈਂ ਕਰਦਾ ਰਿਹਾ, ਉਸ ਟਾਈਮ ਤੱਕ ਆਲਮੋਸਟ। ਉਸ ਤੋਂ ਬਾਅਦ ਮੈਂ ਸਟੂਡੀਓ ਲਾਈਨ 'ਚ ਜ਼ਿਆਦਾ ਐਕਟਿਵ ਹੋ ਗਿਆ। ਉਸ ਤੋਂ ਬਾਅਦ ਮੈਂ ਸ਼ੋਜ਼ ਬਹੁਤ ਘਟਾਤੇ ਸੀਗੇ। ਫਿਰ 12-13 ਤੱਕ, ਹਾਂ, ਉਹ ਜ਼ਿਆਦਾ ਐਕਟਿਵ ਰਿਹਾ ਮੈਂ ਸ਼ੋਜ਼ 'ਚ। ਉਸ ਤੋਂ ਬਾਅਦ ਫਿਰ ਮੈਂ, ਕਿਉਂਕਿ ਜ਼ਿੰਦਗੀ ਇੱਕ ਟਾਈਮ ਤੋਂ ਤੁਹਾਨੂੰ ਲੱਗਦਾ ਕਿ ਸਟੇਬਲ ਹੋ ਜਾਏ, ਯਾਰ ਹੁਣ ਬਹੁਤ ਘੁੰਮ ਲਏ, ਕਿੰਨਾ ਘੁੰਮਣਾ ਯਾਰ, ਹੈ ਨਾ, ਸਟੇਬਿਲਿਟੀ ਆ ਜਾਣੀ ਚਾਹੀਦੀ ਹੈ। ਪਰ ਉਹ ਵੀ ਫਿਰ ਉਹ ਪਰਮਾਤਮਾ ਅਗਰ ਤੁਹਾਨੂੰ ਰਸਤਾ ਦਿਖਾਏ ਤਾਂ ਹੋ ਸਕਦਾ। ਅਤੇ ਉਹਨੇ ਮੈਨੂੰ ਸਟੂਡੀਓ ਵੱਲ, ਹਾਂ, ਮੇਰਾ ਡੈਬਿਊ ਸੌਂਗ ਆਇਆ ਸੋਚ, ਹਾਰਡੀ ਸੰਧੂ ਜੀ ਦਾ ਸੀਗਾ। ਹਾਲਾਂਕਿ ਸਟੂਡੀਓ ਫੀਲਡ 'ਚ ਵੀ ਮੈਂ ਬਹੁਤ ਟਾਈਮ ਤੋਂ ਸੀਗਾ, ਕੰਮ ਕਰਦਾ ਵੀ ਪਿਆ ਸੀ ਮੈਂ, ਬੜਾ ਕੁਛ ਸੀਗਾ, ਪਰ ਲੇਕਿਨ ਇੱਕ ਮੁਕਾਮ ਜਿਹੜਾ ਮਿਲਦਾ, ਉਹ ਫਿਰ ਮੈਨੂੰ ਸੋਚ ਤੋਂ, ਔਰ ਬੁਲਟ 'ਤੇ ਰੱਖਿਆ ਪਟਾਕੇ ਪਾਉਣ ਵਗੈਰਾ, ਇਹ ਜਿਹੜੇ ਗਾਣੇ ਮੈਂ ਵਜਾਏ ਜਾਂ ਜਿਹੜੇ ਉਹਨੇ ਵਜਵਾ ਲਏ। ਅੱਛਾ, ਬੁਲਟ 'ਤੇ ਰੱਖਿਆ ਪਟਾਕੇ ਪਾਉਣ ਨੂੰ ਇਹ ਵੀ ਤੁਹਾਡਾ ਪਲੇ ਕੀਤਾ? ਹਾਰਮੋਨੀਅਮ ਮੇਰਾ ਹੀ, ਹਾਂ। ਓਕੇ, ਅਤੇ ਐਸੇ ਕਈ ਗਾਣੇ ਉਸ ਟਾਈਮ ਐਸੇ ਹਿੱਟ ਹੋਏ, ਉਹ ਫਿਰ CD ਬਣਦੀ ਗਈ। ਫਿਰ ਮੇਰੀ ਖੁਸ਼ਕਿਸਮਤੀ, ਮੈਂ ਬੰਬੇ ਵੀ ਕੰਮ ਕਰਿਆ, ਵਿਸ਼ਾਲ ਮਿਸ਼ਰਾ ਜੀ ਨਾਲ ਫਿਲਮ ਦਾ ਗਾਣਾ ਵੀ ਕਰੇ, ਔਰ ਰੀਸੈਂਟ ਮੈਂ A.R. ਰਹਿਮਾਨ ਸਾਹਿਬ ਕੋਲ ਵੀ ਜਾ ਕੇ ਕੰਮ ਕਰਕੇ ਆਇਆ। ਅੱਛਾ, ਰਹਿਮਾਨ ਸਾਹਿਬ ਦੇ ਨਾਲ? ਹਾਂ, ਅਤੇ ਉਹ ਆਪੇ ਉਹਨੇ ਸਿਸਟਮ ਬਣਾਈ ਗਿਆ, ਉਹ CD ਬਣਾਈ ਗਿਆ, ਅਤੇ ਬਸ। ਅੱਛਾ, ਮੇਰਾ ਨਾ ਅਗਲਾ ਸਵਾਲ ਸੀ ਕਿ ਪੰਜਾਬ ਤੋਂ ਬਾਹਰ ਤੁਸੀਂ ਕਿੰਨਾ ਕੰਮ ਕੀਤਾ, ਪਰ ਤੁਸੀਂ ਰਹਿਮਾਨ ਸਾਹਿਬ ਦੇ ਨਾਲ, ਮੁੰਬਈ ਤੱਕ ਵਿਸ਼ਾਲ ਜੀ ਨਾਲ। ਹੁਣ ਮੈਂ, ਕਿਉਂਕਿ ਜਿਹੜੇ ਵੱਡੇ ਸਿੰਗਰ ਹੁੰਦੇ ਨੇ ਉਹ ਆਪਣੇ ਸਾਜੀਆਂ ਨੂੰ ਵਿਦੇਸ਼ਾਂ ਵਿੱਚ ਆਪਣੇ ਨਾਲ ਹੀ ਲੈ ਜਾਂਦੇ ਨੇ, ਵਿਦੇਸ਼ ਦਾ ਟੂਰ ਕਿੰਨੇ ਕੁ ਲਾ ਚੁੱਕੇ ਹੋ? ਨਹੀਂ, ਮੈਂ ਵਿਦੇਸ਼ ਦਾ ਕੰਮ ਜ਼ਿਆਦਾ ਨਹੀਂ ਕੀਤਾ। ਉਹਦਾ ਰੀਜ਼ਨ ਇੱਥੇ ਥੋੜ੍ਹੀ ਜਿਹੀ ਇੱਕ ਗੈਪ ਰਿਹਾ। ਉਹ ਗੈਪ ਇਹ ਸੀਗਾ ਕਿ ਮੇਰੇ ਵਾਸਤੇ ਜਦ ਵੀ ਵਿਦੇਸ਼ ਦੀ ਗੱਲ ਆਈ ਨਾ, ਹਾਲਾਂਕਿ ਮੈਂ ਸਿੰਗਾਪੁਰ, ਮਲੇਸ਼ੀਆ ਵਗੈਰਾ ਤਾਂ ਗਿਆ, ਪਰ ਹਾਂ ਜਾ ਕੇ ਇੰਡੀਵਿਜੂਅਲੀ ਪਰਸਨਲ ਲੈਵਲ 'ਤੇ ਜਾ ਕੇ ਆਇਆ ਸੀ। ਲੇਕਿਨ ਹੁੰਦਾ ਕੀ ਸੀ, ਇੱਕ ਤਾਂ ਉਸ ਟਾਈਮ ਗੱਲ ਇਹ ਉੱਠ ਜਾਂਦੀ ਸੀ ਕਿ ਟੇਕ ਕੇਅਰ ਕੌਣ ਕਰੇਗਾ ਉੱਥੇ। ਉਹ ਇਸ ਚੀਜ਼ ਨੂੰ ਲੈ ਕੇ ਬੜੇ
ਮਤਲਬ ਉੱਦਾਂ ਉਹਨਾਂ ਦਾ ਵਿਚਾਰ ਸੀ ਕਿ ਯਾਰ ਉੱਥੇ ਤਾਂ ਲਾਈਫ ਬੜੀ ਫਾਸਟ ਹੈ, ਉੱਥੇ ਕਿੱਧਰ ਜਾਣਾ, ਕਿੱਦਾਂ ਕਰਾਂਗੇ, ਕੌਣ ਕਰੇਗਾ। ਉਹਨਾਂ ਨੂੰ ਮੈਂ ਇਹ ਚੀਜ਼ ਸਮਝਾ ਨਹੀਂ ਪਾਇਆ ਕਿ ਆਈ ਐਮ ਟੋਟਲੀ ਸੈਲਫ ਡਿਪੈਂਡੈਂਟ ਔਨ ਮੀ, ਹੈ ਨਾ। ਮੈਂ ਮਤਲਬ ਕੋਈ ਚੱਕਰ ਨਹੀਂ, ਪਰ ਮੈਂ ਇਹ ਸਮਝਾਉਣ ਵਿੱਚ ਉਹਨਾਂ ਨੂੰ ਅਸਮਰਥ ਥੋੜ੍ਹਾ ਜਿਹਾ ਸੀਗਾ ਕਿ ਮੈਂ ਕਿਸੇ ਨੂੰ ਇਹ ਕਨਵਿੰਸ ਨਹੀਂ ਕਰ ਪਾਇਆ। ਔਰ ਸਹੀ ਦੱਸਾਂ ਤਾਂ ਮੈਂ ਕੋਈ ਬਹੁਤ ਜ਼ਿਆਦਾ ਇੰਟਰਸਟਿਡ ਵੀ ਨਹੀਂ ਸੀ ਕਿ ਮੈਂ US ਜਾਂ ਕੈਨੇਡਾ। ਹਾਂ, ਮੈਂ ਘੁੰਮਣ ਹੁਣ ਵੀ ਜਾਣਾ ਚਾਹੂੰਗਾ ਕਿ ਯਾਰ 10-15 ਦਿਨ ਦਾ ਟੂਰ ਹੋਏ, ਪਰ ਇਸ ਤੋਂ ਜ਼ਿਆਦਾ ਮੈਂ ਸੋਚ ਹੀ ਨਹੀਂ ਸਕਦਾ, ਕਿਉਂਕਿ ਮੈਂ ਆਪਣੀ ਜਿਹੜੀ ਇੰਡੀਆ ਦੀ ਮਾਰਕੀਟ ਹੈ ਉਹ ਖ਼ਰਾਬ ਨਹੀਂ ਕਰ ਸਕਦਾ। ਹੁਣ ਵੀ ਅਗਰ ਜਾਣਾ ਚਾਹੂੰਗਾ ਤਾਂ ਘੁੰਮਣ ਹੀ ਜਾਣਾ ਚਾਹੂੰਗਾ, ਬਸ ਇਸ ਤੋਂ ਜ਼ਿਆਦਾ ਨਹੀਂ। ਅੱਛਾ ਸ਼ਿਬੂ ਜੀ, ਆਪਾਂ ਆਪਣੀ ਗੱਲਬਾਤ ਦਾ ਸਿਲਸਿਲਾ ਤਾਂ ਅੱਗੇ ਰੱਖਾਂਗੇ। ਕਲਾ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਜ਼ੋਹਰ ਦਿਖਾਏ ਨੇ। ਮੈਂ ਕਹਿੰਦਾ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਵੀ ਜੇਕਰ ਆਪਣੀ ਕਲਾ ਦਾ ਕੁਝ ਨਮੂਨਾ ਜਿਹੜਾ ਕੁਝ ਥੋੜ੍ਹਾ ਜਿਹਾ ਮੈਂ ਇੱਕ ਗਾਣਾ ਆਇਆ ਸੀ, ਸੋਚ ਹੀ ਸੁਣਾ ਰਿਹਾ ਪਹਿਲਾਂ, ਹਾਰਡੀ ਸੰਧੂ ਸਾਹਿਬ ਦਾ ਆਇਆ ਸੀ, ਜੇ ਤੋਂ ਮੇਰਾ ਡੈਬਿਊ ਸੌਂਗ ਕਹਿ ਲਓ। ਅੱਛਾ, ਜਦੋਂ ਤੁਸੀਂ ਇੱਦਾਂ ਵਧੀਆ ਗਾਣੇ ਹੈ ਨਾ ਹਾਰਡੀ ਸੰਧੂ ਸਾਹਿਬ ਨਾਲ ਜਾਂ ਹੋਰ ਸਿੰਗਰਾਂ ਦੇ ਨਾਲ ਤੁਸੀਂ ਪਰਫਾਰਮ ਕਰਦੇ ਹੋ, ਚਾਹੇ ਉਹ ਸਟੂਡੀਓ ਲਾਈਨ ਹੋਵੇ, ਕਿਤੇ ਆਪਣੇ ਆਪ ਨੂੰ ਕਿਤੇ ਇੱਦਾਂ ਤਾਂ ਨਹੀਂ ਹੋਇਆ ਯਾਰ ਜੇ ਮੇਰਾ ਕੰਮ ਪਸੰਦ ਨਾ ਆਇਆ, ਜਾਂ ਜੇ ਕਿਤੇ ਮੈਨੂੰ ਭੇਦਭਾਵ ਦਾ ਸ਼ਿਕਾਰ ਹੋਣਾ ਪੈ ਗਿਆ ਉਹਨਾਂ ਤੋਂ, ਉਹਨਾਂ ਨੇ ਕੁਛ ਇੱਦਾਂ ਦਾ ਕਹਿਤਾ ਤਾਂ ਫਿਰ? ਨਹੀਂ, ਨੈਵਰ ਕਦੀ ਵੀ ਨਹੀਂ। ਮੈਂ ਜਿੰਨਾ ਵੀ ਕੰਮ ਮਤਲਬ ਆਪਣੇ ਇੱਕ ਤਾਂ ਮੇਰੀ ਮਤਲਬ ਤੁਸੀਂ ਇਹ ਮੰਨ ਲਓ ਕਿ ਮੈਂ ਇੱਕ ਤਰ੍ਹਾਂ ਦੀ ਆਪਣੀ ਲਾਈਫ ਸੈਟਡ ਹੀ ਜਿਹੀ ਹੈ, ਮਤਲਬ ਮੈਂ ਬਲਾਈਂਡ ਆਪਣੇ ਆਪ ਨੂੰ ਮੰਨਿਆ ਹੀ ਨਹੀਂ ਕਦੀ। ਹਾਂ, ਅਤੇ ਉਹ ਜਿਹੜੇ ਆਪਣੇ ਸਾਥੀ ਲੋਕ ਸੀਗੇ ਉਹ ਵੀ ਸਾਰੇ ਇੰਨੇ ਵਧੀਆ। ਮੈਂ ਤੁਹਾਨੂੰ ਦੱਸਾਂ, ਮੈਨੂੰ ਯਾਰ ਦੋਸਤ ਪ੍ਰੋਫੈਸ਼ਨਲ ਲਾਈਨ 'ਚ ਜਿਹੜੇ ਮੈਨੂੰ ਮਿਊਜ਼ਿਕ ਡਾਇਰੈਕਟਰ ਵਗੈਰਾ ਮਿਲੇ, ਜਾਂ ਉਹ ਚਾਹੇ ਆਪਣੇ ਪੁਰਾਣੇ ਜਿਹੜੇ ਆਪਣੇ ਰਿਸਪੈਕਟਡ, ਚਾਹੇ ਵਰਿੰਦਰ ਬਚਨ ਜੀ, ਬੀ ਪ੍ਰੈਕ ਜੀ ਦੇ ਪਾਪਾ ਜੀ, ਚਾਹੇ ਮਦਨ ਸ਼ੌਂਕੀ ਜੀ, ਕੋਈ ਵੀ ਮਤਲਬ ਜਿਹੜੇ ਉਸ ਟਾਈਮ ਦੇ ਜਿਹੜੇ ਸੀਗੇ ਜਿਨ੍ਹਾਂ ਨਾਲ ਮੈਂ ਕੰਮ ਕਰਿਆ। ਅਤੇ ਉਸ ਤੋਂ ਬਾਅਦ ਫਿਰ ਬੀ ਪ੍ਰੈਕ ਜੀ ਹੋ ਗਏ, ਗੈਗ ਸਟੂਡੀਓ ਗਗਨ ਜੀ ਹੋ ਗਏ, ਚਾਹੇ ਇਹ ਵੀ ਸਰਾਂ ਜੀ ਜਿਨ੍ਹਾਂ ਦਾ ਕੰਮ ਕਰਦੇ ਪਏ ਹਾਂ, ਫਿਲਮਾਂ ਦੇ ਗਾਣੇ ਵੀ ਉਹਨਾਂ ਦੇ ਮੈਂ ਕਰੇ। ਬਹੁਤ ਮਤਲਬ ਮੈਂ ਮਤਲਬ ਅਗਰ ਨਾਮ ਲੈਣ ਲੱਗੂੰਗਾ ਤਾਂ ਸ਼ਾਇਦ ਇੰਟਰਵਿਊ ਘੱਟ ਪੈ ਜਾਣਾ ਫਿਰ ਨਾ, ਇੰਨਾ ਜ਼ਿਆਦਾ ਹਾਂ ਵਿਸ਼ਾਲ ਇਹਨਾਂ ਨਾਲ ਕੰਮ ਕਰਿਆ ਮੈਂ। ਅਤੇ ਉਹ ਸਭ ਬਹੁਤ ਅੱਛੇ। ਔਰ ਕਿਸੇ ਨੇ ਇਹ ਚੀਜ਼ ਨਹੀਂ ਕਦੀ ਉਹ ਹੋਇਆ ਕਿ ਯਾਰ ਬਲਾਈਂਡ ਹੈ ਇਹਨੂੰ ਆਪਾਂ ਨਾ ਲਈਏ। ਮਤਲਬ ਅਗਰ ਐਸਾ ਹੁੰਦਾ ਫਿਰ ਮੈਂ ਗਾਣੇ ਕਰਦਾ ਹੀ ਕਿਉਂ, ਔਰ ਹਜ਼ਾਰਾਂ ਹੀ ਗਾਣੇ ਮੈਂ ਕਰ ਚੁੱਕਾ ਇਸ ਟਾਈਮ ਤੱਕ, ਕਦੀ ਵੀ ਨਹੀਂ, ਨੈਵਰ। ਮੈਂ ਇਹੀ, ਤੁਸੀਂ ਨੇ ਹੈ ਨਾ ਪਹਿਲਾਂ ਹੀ ਜਵਾਬ ਦਿੱਤਾ, ਮੈਂ ਇਹੀ ਪੁੱਛਦਾ ਸੀ ਕਿ ਕਿੰਨੇ ਗਾਣੇ ਸਟੂਡੀਓ ਲਾਈਨ ਹੋ ਗਈ, ਚਾਹੇ ਉਹ ਸਟੇਜ ਦੇ ਉੱਪਰ ਆਪਣੀ ਕਲਾ ਜਿਹੜੀ ਆ ਤੁਸੀਂ ਨੇ ਦਿਖਾਈ, ਕਿੰਨੇ ਗਾਣੇ ਕਰ ਚੁੱਕੇ? ਮੈਂ ਤੁਹਾਨੂੰ ਦੱਸਦਾ ਰਿਹਾ, ਹਜ਼ਾਰਾਂ ਹੀ ਗਾਣੇ ਆ। ਅਤੇ ਉਹਦਾ ਕੋਈ ਕਾਊਂਟਿੰਗ ਤਾਂ ਉਹਦੀ ਹੈ ਨਹੀਂ, ਕਿਉਂਕਿ ਉਹ ਔਰ ਇੱਕ ਵੱਡੀ ਤਾਦਾਦ ਦੇ ਵਿੱਚ ਉਹ ਗਾਣੇ ਪਰਮਾਤਮਾ ਨੇ ਹਿੱਟ ਵੀ ਕਰਾਏ। ਹੁਣ ਵੀ ਆਪਾਂ ਅੱਜ ਵੀ ਤੁਸੀਂ ਸੁਰ ਸੰਗਮ ਬੈਠੇ ਹੋ, ਤੁਹਾਡੇ ਤੋਂ ਪਹਿਲਾਂ ਗਾਣਾ ਕਰਕੇ ਹਟਿਆ ਮੈਂ ਹੁਣ ਵੀ ਰੀਸੈਂਟ। ਹਾਂ। ਅੱਛਾ ਬਾਈ, ਸੰਤੁਸ਼ਟੀ ਕਿਸ ਦੇ ਵਿੱਚ ਆ? ਸਟੂਡੀਓ ਲਾਈਨ ਦੇ ਵਿੱਚ ਜ਼ਿਆਦਾ ਸੰਤੁਸ਼ਟੀ ਤੁਹਾਨੂੰ, ਆਰਾਮ ਜ਼ਿਆਦਾ ਜਿਹੜਾ ਸਟੂਡੀਓ ਲਾਈਨ ਦੇ ਵਿੱਚ ਮਿਲਿਆ, ਜਾਂ ਸਟੇਜ ਸ਼ੋਅ ਜਿਹੜੇ ਨੇ ਸਟੇਜ ਦੇ ਉੱਪਰ ਉਹ ਜ਼ਿਆਦਾ ਤੁਹਾਨੂੰ ਲੱਗਿਆ ਕਿ ਹਾਂ ਯਾਰ ਇੱਥੇ ਮੈਂ ਪਰਫੈਕਟ ਹੈਗਾ? ਨਹੀਂ, ਦੋਨਾਂ ਦਾ ਆਪਣਾ ਆਪਣਾ ਇੱਕ ਇੰਜੋਏ ਹੈ, ਦੋਨਾਂ ਦਾ ਆਪਣਾ ਇੱਕ ਲੁਤਫ ਹੈ। ਸਟੇਜ ਦਾ ਤੁਸੀਂ ਪਬਲਿਕ ਦੇ ਰੂਬਰੂ ਹੁੰਦੇ ਹੋ, ਉੱਥੇ ਤੁਹਾਨੂੰ ਇੱਕ ਡਿਫਰੈਂਟ ਤਰ੍ਹਾਂ ਦਾ ਪਿਆਰ ਮਿਲਦਾ। ਤੁਸੀਂ ਜਦ ਪਰਫੋਰਮ ਕਰਕੇ ਉਤਰਦੇ ਹੋ, ਆਡੀਅੰਸ ਤੁਹਾਡੇ ਕੋਲ ਆ ਕੇ ਤੁਹਾਨੂੰ ਪ੍ਰੇਜ਼ ਕਰਦੀ ਹੈ ਨਾ, ਬੜਾ ਕੁਝ, ਉਹ ਇੱਕ ਅਲੱਗ ਤਰ੍ਹਾਂ ਦਾ ਇੰਜੋਏ ਹੈ। ਸਟੂਡੀਓ ਦਾ ਇੰਜੋਏ ਇੱਕ ਅਲੱਗ ਤਰ੍ਹਾਂ ਦਾ ਹੈ। ਸਟੂਡੀਓ ਤੁਸੀਂ ਆ ਕੇ ਕੰਮ ਕਰਿਆ, ਪਰਫੋਰਮ ਕਰਿਆ, ਜਿਸ ਟਾਈਮ ਤੁਸੀਂ ਪਰਫੋਰਮ ਕਰਕੇ ਬਾਹਰ ਨਿਕਲੇ ਉੱਥੋਂ ਡਬਿੰਗ ਰੂਮ 'ਚੋਂ ਸਿੰਗਰ ਤੁਹਾਨੂੰ ਮਿਲੇ ਜਾਂ ਮਿਊਜ਼ਿਕ ਡਾਇਰੈਕਟਰ ਮਿਲੇ, ਤੁਹਾਨੂੰ ਪ੍ਰੇਜ਼ ਕਰਦੇ ਆ, ਉਹ ਇੱਕ ਪ੍ਰੇਜ਼ ਉੱਥੇ ਚਲੋ ਹੋ ਗਿਆ। ਉਸ ਤੋਂ ਬਾਅਦ ਫਿਰ ਜਦ ਉਹ ਗਾਣਾ ਮਾਰਕੀਟ 'ਚ ਆਇਆ, ਆਡੀਅੰਸ ਨੂੰ ਜਦ ਪਤਾ ਲੱਗਦਾ ਹੈ ਕਿ ਯਾਰ ਇਹ ਗਾਣਾ ਸ਼ਿਬੂ ਨੇ ਵਜਾਇਆ, ਫਿਰ ਉਹ ਇੱਕ ਡਿਫਰੈਂਟ ਤਰ੍ਹਾਂ ਦਾ ਤੁਹਾਨੂੰ ਪਿਆਰ ਮਿਲਦਾ ਹੈ। ਅਤੇ ਦੋਨਾਂ ਜਗ੍ਹਾਵਾਂ ਦਾ ਨਾ ਇੱਕ ਮਹੱਤਵ ਆਪਣੀ ਜਗ੍ਹਾ ਹੈ। ਹਾਂ, ਸਟੂਡੀਓ ਥੋੜ੍ਹਾ ਜਿਹਾ ਇੱਕ ਕਨਵੀਨੀਅੰਟ ਹੋ ਜਾਂਦਾ ਹੈ, ਕਿਉਂਕਿ ਤੁਸੀਂ ਇੱਕੋ ਜਗ੍ਹਾ 'ਤੇ ਬੈਠ ਕੇ ਔਰ ਤੁਸੀਂ ਸਿਰਫ ਆਰਾਮ ਦੇ ਨਾਲ ਪਰਫੋਰਮ ਕਰਨਾ ਹੈ, AC ਲੱਗਿਆ ਹੋਇਆ, ਸਭ ਓਵਰਆਲ ਹਰ ਚੀਜ਼ ਦੀ ਫੈਸਿਲਿਟੀ ਹੈ, ਕੋਈ ਦਿੱਕਤ ਨਹੀਂ। ਅੱਛਾ ਸ਼ਿਬੂ ਜੀ, ਜਦੋਂ
ਤੁਹਾਡੇ ਸੱਟ ਲੱਗੀ ਹੋਊਗੀ, ਮਾਤਾ ਪਿਤਾ ਨੂੰ ਕਾਫੀ ਦੁੱਖ ਹੁੰਦਾ ਕਿ ਸਾਡਾ ਬੱਚਾ ਜਿਹੜਾ ਇਸ ਤਰ੍ਹਾਂ ਦੇ ਨਾਲ ਹੋ ਗਿਆ, ਪਰ ਜਦੋਂ ਇਹੀ ਸ਼ਿਬੂ ਜਿਹੜਾ ਮਿਊਜ਼ਿਕ ਲਾਈਨ ਦੇ ਵਿੱਚ ਆਪਣੀ ਪਹਿਲੀ ਕਮਾਈ ਕਰਕੇ ਜਾਂ ਆਪਣਾ ਪਹਿਲਾ ਸ਼ੋਅ ਕਰਕੇ ਆਪਣੇ ਮਾਤਾ ਦੇ ਆਪਣੇ ਪਿਤਾ ਦੇ ਸਾਹਮਣੇ ਗਿਆ ਹੋਊਗਾ, ਤਾਂ ਉਹਨਾਂ ਦਾ ਰਿਐਕਸ਼ਨ ਕੀ ਸੀ, ਉਹਨਾਂ ਦੇ ਸ਼ਬਦ ਕੀ ਸੀ? ਕਿਉਂਕਿ ਪਹਿਲੇ ਸ਼ਬਦ ਜਿਹੜੇ ਨੇ, ਪਹਿਲੀ ਪ੍ਰੇਜ਼ ਜਿਹੜੀ ਆ ਮਾਤਾ ਪਿਤਾ ਦੀ, ਉਹ ਯਾਦ ਰਹਿੰਦੀ ਹੈ। ਦੇਖੋ, ਮੇਰਾ ਆਪਣੀ ਮਦਰ ਨਾਲ ਬਹੁਤ ਜ਼ਿਆਦਾ ਰਿਹਾ ਹੈ। ਮਦਰ ਮੇਰੇ ਹੈ ਨਹੀਂ ਇਸ ਟਾਈਮ, 2018 'ਚ ਚਲੇ ਗਏ ਸੀ ਉਹ, ਹੈ ਨਾ। ਅਤੇ ਮਦਰ ਮੈਨੂੰ ਹਮੇਸ਼ਾ ਉਹਨਾਂ ਦੀ ਬਲੈਸਿੰਗਸ ਹੀ ਮਿਲੀਆਂ ਕਿ ਪ੍ਰਮਾਤਮਾ ਤੈਨੂੰ ਇੰਨਾ ਦੇ ਕਿ ਤੈਨੂੰ ਰੱਖਣ ਲਈ ਜਗ੍ਹਾ ਨਾ ਮਿਲੇ। ਅਤੇ ਮੈਨੂੰ ਲੱਗਦਾ ਉਹ ਦੁਆਵਾਂ ਹੀ ਕੰਮ ਕਰਦੀਆਂ ਪਈਆਂ। ਉਸ ਟਾਈਮ ਵੀ ਕੰਮ ਕਰਦੀਆਂ ਸੀ ਜਦੋਂ ਸੀਗੇ, ਅਤੇ ਹੁਣ ਵੀ ਕੰਮ ਕਰ ਰਹੀਆਂ ਜਦੋਂ ਨਹੀਂ ਹੈਗੇ। ਤਾਂ ਮਤਲਬ ਮੈਂ ਜੋ ਕੁਛ ਵੀ ਹਾਂ, ਉਹ ਮੇਰੀ ਮਾਤਾ ਦੀਆਂ ਦੁਆਵਾਂ, ਗੁਰੂ ਜਨਾਂ ਦਾ ਆਸ਼ੀਰਵਾਦ ਔਰ ਉਸ ਪਰਮਾਤਮਾ ਦੀ ਸਿੱਧੀ ਨਜ਼ਰ ਕਰਕੇ ਹੈ। ਔਰ ਆਡੀਅנס ਜਿਹੜੀ ਪਬਲਿਕ ਜਿਹੜੀ ਸਾਨੂੰ ਸੁਣ ਕੇ ਅਥਾਹ ਪਿਆਰ, ਹੈ ਨਾ, ਇੰਨਾ ਮਤਲਬ ਮਾਣ ਉਹਨਾਂ ਦੇ ਬਖਸ਼ਦੇ ਹੈ। ਇਹ ਸਭ ਚੀਜ਼ਾਂ ਮਿਲ ਕੇ ਹੀ ਸ਼ਿਬੂ ਹੈ ਜੋ ਵੀ ਹੈ। ਅੱਛਾ, ਜਾਣ ਆਉਣ ਦੇ ਵਿੱਚ ਨਹੀਂ ਮੁਸ਼ਕਿਲ ਆਈ ਕਿਤੇ ਜਦੋਂ ਸ਼ੁਰੂਆਤ ਹੋਈ, ਜਾਂ ਕਿਤੇ ਫਿਰ ਇੱਦਾਂ ਉਹ ਨਹੀਂ ਮੁਸ਼ਕਿਲ ਆਈ? ਨਹੀਂ, ਦੇਖੋ, ਜਾਣ ਆਉਣ ਦਾ ਇੱਕ ਤਰੀਕਾ ਸੀਗਾ ਕਿ ਪਹਿਲਾਂ ਜਦੋਂ ਮੈਂ ਸਟੂਡੀਓ ਜਾਂਦਾ ਹੁੰਦਾ ਸੀ, ਚੀਮਾ ਸਟੂਡੀਓ, ਬੀਇੰਗ ਅ ਸਟੂਡੈਂਟ, ਓਕੇ, ਉੱਥੇ ਬੈਠਣਾ। ਸੰਤੋਸ਼ ਕਟਾਰੇ ਜੀ ਬਹੁਤ ਬੜਾ ਨਾਮ ਹੈ, ਚੰਡੀਗੜ੍ਹ ਰਿਦਮਿਸਟ, ਬਹੁਤ ਟੌਪ। ਉਹਨਾਂ ਕੋਲੇ ਜਾ ਕੇ ਬੈਠਣਾ, ਰਿਕਾਰਡਿੰਗ ਸੁਣਨੀ, ਸਮਝਣਾ ਕਿ ਕਿੱਦਾਂ ਹੁੰਦਾ ਹੈ ਕੰਮ। ਉਸ ਟਾਈਮ ਫਿਰ ਪਾਪਾ ਵੀ ਲੈ ਜਾਂਦੇ ਸੀ, ਮੇਰਾ ਬ੍ਰਦਰ ਵੀ ਲੈ ਜਾਂਦਾ ਸੀ ਉਸ ਟਾਈਮ, ਮੇਰੇ ਤੋਂ ਬੜੇ ਜਿਹੜੇ ਬ੍ਰਦਰ, ਹੈ ਨਾ। ਅਤੇ ਉਹ ਟਾਈਮ ਆਪਾਂ ਇਸ ਤਰ੍ਹਾਂ ਕੱਟਿਆ। ਉਸ ਤੋਂ ਬਾਅਦ ਫਿਰ ਜੋ ਹੈ ਮਤਲਬ ਉਸ ਟਾਈਮ ਜੋ ਫੈਸਿਲਿਟੀ ਹੁੰਦੀ ਸੀ ਕਿ ਜੋ ਜਿਨ੍ਹਾਂ ਸਿੰਗਰ ਦਾ ਪ੍ਰੋਗਰਾਮ ਹੈ, ਗੱਡੀ ਉਹਨਾਂ ਨਾਲ ਚਲੇ ਜਾਣਾ, ਉਹਨਾਂ ਨਾਲ ਆ ਜਾਣਾ। ਅਤੇ ਐਟ ਪ੍ਰੈਜ਼ੈਂਟ ਹੁਣ ਸਾਨੂੰ ਸਹੂਲੀਅਤ ਇਹ ਹੈ ਕਿ ਕੈਬ ਵੀ ਹੋ ਜਾਂਦੀ ਹੈ, ਅਤੇ ਮੇਰਾ ਇੱਕ ਪਰਮਾਨੈਂਟ ਮੈਂ ਆਟੋ ਵੀ ਮੇਰੇ ਨਾਲ ਹੈਗੇ ਆ, ਉਹ ਵੀ। ਤਾਂ ਕੋਈ ਦਿੱਕਤ ਹੀ ਨਹੀਂ ਹੈ। ਮਤਲਬ ਬਹੁਤ ਕਿਸੇ ਚੀਜ਼ 'ਚ ਵੀ ਮੈਨੂੰ ਕਦੀ ਵੀ ਕੋਈ ਪਰੇਸ਼ਾਨੀ ਆਈ ਹੀ ਨਹੀਂ। ਹਾਂ, ਟੋਟਲੀ ਮਤਲਬ ਬਿਲਕੁਲ ਫਰੀ। ਇੱਕ ਗੱਲ ਕਿਉਂਕਿ ਮੇਰੇ ਜ਼ਿਹਨ ਦੇ ਵਿੱਚ ਆਉਂਦੀ ਆ ਕਿ ਦਰਸ਼ਕਾਂ ਨੂੰ ਆਪਾਂ ਇਹ ਕਨਫਰਮ ਕਰ ਦਈਏ, ਤੁਹਾਨੂੰ ਥੋੜ੍ਹਾ ਬਹੁਤਾ ਕੁਛ ਦਿਖਦਾ ਹੈਗਾ ਜਾਂ 100% ਤੁਸੀਂ ਬਿਲਕੁਲ ਹੀ ਬਲਾਈਂਡ ਹੈਗੇ? ਨਹੀਂ ਜੀ, ਮੈਂ 100% ਬਲਾਈਂਡ ਹਾਂ, ਔਰ ਮਤਲਬ ਦੋਨਾਂ ਅੱਖਾਂ ਤੋਂ ਮੈਨੂੰ ਬਿਲਕੁਲ ਵੀ ਨਹੀਂ ਦਿਖਦਾ 1% ਵੀ। ਹਾਲਾਂਕਿ ਸ਼ਾਇਦ ਮੇਰੀ ਅੱਖਾਂ ਤੋਂ ਇਸ ਚੀਜ਼ ਦਾ ਅੰਦਾਜ਼ਾ ਨਹੀਂ ਹੁੰਦਾ, ਅਤੇ ਲੇਕਿਨ ਮੇਰੇ ਕੋਲ ਉਹਦਾ ਮੈਡੀਕਲੀ ਪ੍ਰੂਫ ਵੀ ਹੈ, ਔਰ ਮੈਨੂੰ ਤਾਂ ਪਤਾ ਹੀ ਹੈ ਕਿ ਨਹੀਂ ਦਿਖਦਾ ਤਾਂ ਉਹ ਤਾਂ ਹੈ। ਅੱਛਾ ਸ਼ਿਬੂ ਜੀ, ਜਦੋਂ ਨਾ ਮਿਊਜ਼ਿਕ ਨੂੰ ਪਿਆਰ ਕਰਨੇ ਵਾਲੇ ਆਉਂਦੇ ਨੇ, ਮਿਊਜ਼ਿਕ ਨੂੰ ਸਮਝਣੇ ਵਾਲੇ ਆਉਂਦੇ ਨੇ, ਹਾਰਮੋਨੀਅਮ ਦੀ ਧੁਨ ਨੂੰ ਸਮਝਣੇ ਵਾਲੇ ਆਉਂਦੇ ਨੇ, ਤਾਂ ਜਦੋਂ ਕਿਸੇ ਗਾਣੇ ਦੇ ਵਿੱਚ ਧੁਨ ਸੁਣਦੇ ਨੇ ਜਾਂ ਉਹਨੂੰ ਸਮਝਦੇ ਨੇ, ਹੈ ਨਾ, ਕਹਿੰਦੇ ਨੇ ਕਿ ਯਾਰ ਬਹੁਤ ਵਧੀਆ ਇਹ ਚੀਜ਼ ਜਿਹੜੀ ਆ ਪਲੇਅ ਕੀਤੀ ਗਈ ਆ। ਜਦੋਂ ਉਹ ਸ਼ਿਬੂ ਨੂੰ ਮਿਲਦੇ ਨੇ, ਉਹਨਾਂ ਨੂੰ ਪਤਾ ਲੱਗਦਾ ਕਿ ਸ਼ਿਬੂ ਜਿਹੜਾ ਉਹ ਬਲਾਈਂਡ ਹੈਗਾ, ਤਾਂ ਫਿਰ ਉਹਨਾਂ ਦਾ ਰਿਐਕਸ਼ਨ, ਉਹ ਵੀ ਖੁਸ਼ ਅਲੱਗ ਤਰੀਕੇ ਦੇ ਨਾਲ, ਹੈ ਨਾ, ਉਹਨਾਂ ਦੀਆਂ ਬਲੈਸਿੰਗਸ ਵੀ। ਜੀ ਬਿਲਕੁਲ ਹੁੰਦਾ ਹੈ। ਉਹ ਤਾਂ ਨੈਚੁਰਲੀ ਹੈ ਨਾ। ਦੇਖੋ, ਹੁਣ ਕਈਆਂ ਨੂੰ ਨਹੀਂ ਪਤਾ ਹੁੰਦਾ, ਹੈ ਨਾ, ਵੀ ਜਿੱਦਾਂ ਉਹ ਫਿਰ ਇਸ ਸੋਸ਼ਲ ਮੀਡੀਆ ਦਾ ਬਹੁਤ ਬਹੁਤ ਥੈਂਕਸ ਹੈ ਕਿ ਲੋਕਾਂ ਨੂੰ ਇਹ ਚੀਜ਼ ਪਤਾ ਲੱਗੀ ਕਿ ਇਹ ਗਾਣੇ ਮੈਂ ਵਜਾਏ ਹੋਏ ਆ ਨਾ, ਜਿੱਦਾਂ ਮੇਰੇ ਤੋਂ ਪਰਮਾਤਮਾ ਨੇ ਵਜਵਾਏ। ਅਤੇ ਲੋਕ ਜਦ ਮਿਲ ਲਿਆ ਤਾਂ ਉਹ ਜਿਹੜੀ ਨੋਰਮਲ ਉਹਨਾਂ ਦਾ ਰਿਐਕਸ਼ਨ ਹੁੰਦਾ, ਉਸ ਤੋਂ ਥੋੜ੍ਹਾ ਜਿਹਾ ਹੋਰ ਐਕਸਟਰਾ 'ਚ ਕਰਦੇ ਕਿ ਅੱਛਾ ਯਾਰ ਤੁਸੀਂ ਵਜਾਇਆ। ਹਾਂ, ਐਕਸਾਈਟਿਡ, ਹਾਂ ਵੀ ਯਾਰ ਅੱਛਾ ਕਮਾਲ ਹੈ ਭਾਜੀ। ਤਾਂ ਬਹੁਤ ਇੱਜ਼ਤ ਤਾਂ ਉਹਨੇ ਬਹੁਤ ਮਤਲਬ ਬਖਸ਼ੀ ਹੈ। ਗਜ਼ਲ ਗਾਉਂਦੇ ਹੋ, ਪਤਾ ਲੱਗਿਆ, ਕਹਿੰਦੇ ਕਿ ਗਜ਼ਲ ਦੇ, ਕਿਉਂਕਿ ਹਾਰਮੋਨੀਅਮ ਦਾ ਉਸਤਾਦ ਸ਼ਿਬੂ ਬਾਈ ਉਹਨਾਂ ਨੂੰ ਕਿਹਾ ਜਾਂਦਾ, ਪਰ ਨਾਲ ਦੀ ਨਾਲ ਕਹਿੰਦੇ ਗਜ਼ਲ ਦੇ ਵਿੱਚ ਵੀ ਆਪਣੀ ਕਲਾ ਜਿਹੜੀ ਆ ਦਿਖਾਉਂਦੇ। ਹਾਂ, ਗਜ਼ਲ ਮੇਰਾ ਫੇਵਰੇਟ ਜ਼ੋਨਰ ਵੀ ਰਿਹਾ। ਗਜ਼ਲ ਨਾਲ ਤਬਲਾ ਵਜਾਉਣਾ, ਗਜ਼ਲ ਨਾਲ ਗਾਣਾ, ਜਾਂ ਉਹ ਮੇਰਾ ਸ਼ੌਂਕ ਹੈ। ਮੈਂ ਗਜ਼ਲ ਆਪਣੇ ਸ਼ੋਜ਼ ਵੀ, ਕੰਸਰਟ ਵੀ ਕਰੇ ਗਜ਼ਲ ਦੇ ਆਪਣੇ ਕਰੇ। ਹਾਂਜੀ, ਫਿਰ ਅਗਲਾ ਸਵਾਲ ਤੁਹਾਨੂੰ ਹੁਣ ਪਤਾ ਹੀ ਆ। ਬਿਲਕੁਲ ਬਿਲਕੁਲ। ਗੁਲਾਮ ਅਲੀ ਸਾਹਿਬ ਦੀ ਗਜ਼ਲ, ਇੱਕ ਛੋਟੀ ਜੀ, ਜ਼ਿਆਦਾ ਲੈਂਥੀ ਨਹੀਂ। ਦਾਨੇ ਜ਼ ਗ ਮ ਧ ਨੇ ਦ ਗ ਮ ਰ ਨੇ ਦ ਮ ਦ ਨੇ ਮ ਰ ने ज़। फासिले ऐसे भी होंगे ये कभी सोचा न था, सामने बैठा था मेरे और वो मेरा न था। फासिले
ऐसे भी होंगे ये कभी सोचा न था। वो के खुशबू की तरह फैला था मेरे चार सू, वो के खुशबू की तरह फैला था मेरे चार सू। मैं उसे महसूस कर सकता था, छू सकता न था, सामने बैठा था मेरे और वो मेरा न था फासले। थैंक यू। ਅੱਛਾ ਸ਼ਿਬੂ ਜੀ, ਇੱਕ ਨਾ ਮੈਨੂੰ ਪਤਾ ਨਹੀਂ, ਮੈਨੂੰ ਪੁੱਛਣੀ ਚਾਹੀਦੀ, ਪਤਾ ਨਹੀਂ ਪਰ ਤੁਹਾਨੂੰ ਨਾ ਜੇ ਰੱਬ ਨੇ ਇੱਕ ਚੀਜ਼ ਤੁਹਾਤੋਂ ਵਾਪਸ ਲਈ ਆ ਤਾਂ ਤੁਹਾਨੂੰ ਇੱਕ ਬੜਾ ਵੱਡਾ ਗੁਣ ਜਿਹੜਾ ਉਹ ਦਿੱਤਾ। ਕਦੇ ਉਸ ਰੱਬ ਦੇ ਨਾਲ, ਉਸ ਖੁਦਾ ਦੇ ਨਾਲ, ਆਪਣੇ ਉਸ ਭਗਵਾਨ ਦੇ ਨਾਲ ਕਦੇ ਕੋਈ ਸ਼ਿਕਵਾ ਕੀਤਾ ਕਿ ਯਾਰ ਇਹ ਮੈਨੂੰ ਕੀ ਕਰਤਾ? ਨਹੀਂ, ਕਦੀ ਵੀ ਨਹੀਂ। ਕਿਉਂਕਿ ਮੈਨੂੰ ਦੇਖੋ, ਅਗਰ ਮੈਂ ਇਹ ਚੀਜ਼ ਮੰਨਦਾ ਕਿ ਅਗਰ ਮੈਂ ਸਾਈਟਡ ਹੁੰਦਾ ਤਾਂ ਯਕੀਨਨ ਮੈਂ ਆਰਟਿਸਟ ਤਾਂ ਨਹੀਂ ਹੋਣਾ ਸੀ। ਅੱਛਾ, ਜੇ ਸਹੀ ਹੁੰਦੇ ਤੁਸੀਂ ਨਹੀਂ ਹੁੰਦੇ? ਹਾਂ, ਯਕੀਨਨ ਮੈਂ ਆਰਟਿਸਟ ਨਹੀਂ ਹੋਣਾ ਸੀ, ਕਿਉਂਕਿ ਮੇਰਾ ਜਿਹੜਾ ਪਰਸਨਲ ਇੰਟਰਸਟ ਅਗਰ ਮੇਰਾ ਰਿਹਾ ਤਾਂ ਮੈਂ ਆਰਮੀ 'ਚ ਹੀ ਜਾਣਾ ਚਾਹੁੰਦਾ ਸੀ। ਅਤੇ ਫਿਰ ਮੈਂ ਇੱਕ ਆਰਮੀ 'ਚ ਹੁੰਦਾ, ਆਰਮੀ 'ਚ ਬਾਰਡਰ 'ਤੇ ਹੁੰਦਾ ਜਾਂ ਕਿਤੇ ਵੀ ਹੁੰਦਾ, ਤਾਂ ਮੇਰਾ ਬੇਸਿਕ ਜਿਹੜਾ ਉਹ ਸੀ, ਮੇਰਾ ਇੰਟਰਸਟ ਸੀਗਾ ਉਹ ਆਰਮੀ 'ਚ ਸੀਗਾ। ਮੈਂ ਜਾਣਾ ਚਾਹੁੰਦਾ ਸੀ ਆਰਮੀ 'ਚ, ਕਿਉਂਕਿ ਮੇਰੇ ਮਾਈ ਫਾਦਰ ਵਾਜ਼ ਇਨ ਆਰਮੀ, ਪਹਿਲਾਂ ਆਰਮੀ 'ਚ ਹੀ ਸੀਗੇ, ਉਹ ਹੁਣ ਰਿਟਾਇਰਡ ਹੋਏ ਨਾ। ਅਤੇ ਮੇਰਾ ਜਿਹੜਾ ਸ਼ੌਂਕ ਸੀਗਾ ਉਹ ਆਰਮੀ ਦਾ ਹੀ ਸੀਗਾ। ਅਤੇ ਪਰ ਪਰਮਾਤਮਾ ਨੂੰ ਪਤਾ ਉਹਨੇ ਕਿਹਨੂੰ ਕਿੱਥੇ, ਉਹਨੇ ਕਿੱਦਾਂ ਕੀ ਕਰਨਾ ਹੈ ਨਾ, ਉਹ ਕੁਦਰਤ ਨੂੰ ਪਤਾ ਹੈ ਨਾ। ਅਤੇ ਉਹ ਨਾ ਬਹੁਤ ਮੇਰੇ ਨਾਲ ਮਤਲਬ ਬਹੁਤ ਵੱਡਾ ਕਰਮ ਹੈ ਉਸ ਪਰਮਾਤਮਾ ਦਾ। ਮੈਂ ਇਸ ਜਗ੍ਹਾ 'ਤੇ ਹਾਂ, ਔਰ ਇੰਨੀ ਇੱਜ਼ਤ, ਇੰਨਾ ਪਿਆਰ ਸਭ ਦਾ, ਮਤਲਬ ਦੁਨੀਆ, ਮਤਲਬ ਕਿੰਨਾ ਰਿਗਾਰਡ, ਕਿੰਨੀ ਇੱਜ਼ਤ ਹੈ, ਉਹਦੀ ਵਜ੍ਹਾ ਨਾਲ ਹੀ ਹੈ। ਅੱਛਾ ਸ਼ਿਬੂ ਜੀ, ਇੱਕ ਨਾ ਹੁੰਦਾ ਕਿ ਕੁਝ ਮੁਸ਼ਕਿਲਾਂ ਆਉਂਦੀਆਂ ਨੇ ਜ਼ਿੰਦਗੀ ਦੇ ਵਿੱਚ, ਕਿਸੇ ਵੀ ਆਮ ਵਿਅਕਤੀ ਦੇ, ਹੈ ਨਾ, ਉਹ ਨਾ ਰੱਬ ਦੇ ਨਾਲ ਗਿਲੇ ਸ਼ਿਕਵੇ ਕਰਨਾ ਸ਼ੁਰੂ ਕਰ ਦਿੰਦੇ ਨੇ ਕਿ ਰੱਬ ਨੇ ਸਾਨੂੰ ਇਹ ਨਹੀਂ ਦਿੱਤਾ, ਰੱਬ ਨੇ ਸਾਨੂੰ ਇਹ ਨਹੀਂ ਦਿੱਤਾ। ਤੁਸੀਂ ਜ਼ਿੰਦਗੀ ਨੂੰ ਕਹਿ ਲਈਏ ਕਿ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਮੂਹਰੇ ਭਜਾਇਆ ਹੋਇਆ, ਮੁਸ਼ਕਿਲਾਂ ਮੂਹਰੇ ਫਿਰਦੀਆਂ ਨੇ ਕਿ ਨਹੀਂ, ਸ਼ਿਬੂ ਦੀ ਜ਼ਿੰਦਗੀ ਦੇ ਵਿੱਚ ਨਹੀਂ ਆ ਸਕਦੇ। ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਹੈ ਜਿਹੜੇ ਮੁਸ਼ਕਿਲਾਂ ਤੋਂ ਹੌਸਲਾ ਹਾਰ ਕੇ ਜਿਹੜਾ ਆਪਣਾ ਮੰਜ਼ਿਲ ਜਿਹੜੀ ਹੈ ਕਿਤੇ ਨਾ ਕਿਤੇ ਛੱਡ ਦਿੰਦੇ ਨੇ ਅਤੇ ਆਪਣੀ ਹਿੰਮਤ ਛੱਡ ਦਿੰਦੇ? ਦੇਖੋ, ਸਭ ਤੋਂ ਪਹਿਲਾਂ ਤਾਂ ਉਹ ਮਤਲਬ ਜੀਵਨ ਹੀ ਨਹੀਂ ਹੈ ਜਿਹੜਾ ਸਟਰਗਲ 'ਚ ਨਹੀਂ ਚੱਲ ਰਿਹਾ, ਸੰਘਰਸ਼ 'ਚ ਨਹੀਂ ਬੀਤਿਆ, ਹੈ ਨਾ। ਉਹ ਜ਼ਿੰਦਗੀ ਦੀ ਕੋਈ ਕਹਾਣੀ ਹੋ ਹੀ ਨਹੀਂ ਸਕਦੀ ਫਿਰ, ਕਿਉਂਕਿ ਸੰਘਰਸ਼ ਹੀ ਨਹੀਂ ਕਰਿਆ, ਫਿਰ ਲਾਈਫ ਕਿਆ ਹੈ ਨਾ। ਅਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਜਿਸ ਵੀ ਆਪਾਂ ਫੀਲਡ 'ਚ ਹੈਗੇ ਹਾਂ, ਆਪਾਂ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ। ਔਰ ਇੱਕ ਚੀਜ਼ ਜਿਹੜੀ ਮੈਂ ਅਕਸਰ ਕਹਿੰਦਾ ਹੁੰਦਾ ਕਿ ਪ੍ਰਮਾਤਮਾ ਸਾਨੂੰ ਸਾਡੀ ਹੈਸੀਅਤ ਤੋਂ ਕਿਤੇ ਜ਼ਿਆਦਾ ਦਿੰਦਾ ਹੈ, ਹਰੇਕ ਨੂੰ। ਉਹ ਮੈਂ ਵੀ ਹਾਂ, ਉਹ ਤੁਸੀਂ ਵੀ ਹੋ, ਕੋਈ ਵੀ ਹੈ, ਕਿਉਂਕਿ ਉਹ ਕਿਸੇ ਨਾਲ ਇਨਜਸਟਿਸ ਕਰਦਾ ਹੀ ਨਹੀਂ ਹੈ। ਜਦੋਂ ਸਾਡੀ ਹੈਸੀਅਤ ਤੋਂ ਸਾਨੂੰ ਜ਼ਿਆਦਾ ਆਲਰੇਡੀ ਪਹਿਲਾਂ ਹੀ ਦੇ ਰਿਹਾ ਹੈ, ਤਾਂ ਸਾਨੂੰ ਸ਼ਿਕਾਇਤ ਮੈਨੂੰ ਲੱਗਦਾ ਨਹੀਂ ਕਰਨ ਦੀ ਲੋੜ ਹੈ ਨਾ। ਤਾਂ ਫਿਰ ਆਪਾਂ ਨੂੰ ਉਹਦੀ ਰਜ਼ਾ ਦੇ ਵਿੱਚ, ਹੈ ਨਾ, ਰਾਜ਼ੀ ਰਹਿਣ ਦੀ ਲੋੜ ਹੈ। ਸਾਡਾ ਕੰਮ ਇਹ ਹੈ ਕਿ ਅਸੀਂ ਮਿਹਨਤ ਕਰੀਏ, ਆਪਣੇ ਜਿਹੜਾ ਵੀ ਫੀਲਡ ਆਪਾਂ ਜਿਸ ਵੀ ਫੀਲਡ 'ਚ ਹੈਗੇ ਹਾਂ, ਉਹ ਆਪਾਂ ਰਿਆਜ਼ ਕਰੀਏ, ਮਿਹਨਤ ਕਰੀਏ, ਉਹਨੂੰ ਟਾਈਮ ਦਈਏ ਆਪਣੇ ਫੀਲਡ ਨੂੰ। ਦੈਨ ਜਿੰਨਾ ਜਾਣਾ, ਜਿੱਥੇ ਤੱਕ ਜਾਣਾ, ਉਹ ਲੈ ਕੇ ਜਾਏਗਾ। ਪਰ ਐਟਲੀਸਟ ਅਗਰ ਤੁਸੀਂ ਮੁਕਾਮ ਤੁਹਾਨੂੰ ਨਾ ਵੀ ਮਿਲਿਆ, ਤੁਹਾਨੂੰ ਤਸੱਲੀ ਤਾਂ ਰਹੇਗੀ ਨਾ ਕਿ ਤੁਸੀਂ ਮਿਹਨਤ ਕਰੀ, ਸੰਤੁਸ਼ਟ ਹੋ ਜੋ ਕੁਝ ਮਿਲੇ ਹੋ। ਹਾਂ, ਉਹ ਜ਼ਿਆਦਾ ਹੈ ਸਰ, ਉਹ ਮੇਰੀ ਹੈਸੀਅਤ ਤੋਂ ਕਿਤੇ ਜ਼ਿਆਦਾ ਹੈ। ਅਤੇ ਮੈਂ ਮਤਲਬ ਮੈਨੂੰ ਆਈ ਐਮ ਟੋਟਲੀ ਸੈਟਿਸਫਾਈਡ। ਹੁਣ ਸ਼ਿਬੂ ਜੀ, ਮੈਂ ਨਾ ਇਸ ਇੰਟਰਵਿਊ ਨੂੰ ਸਮਾਪਤੀ ਵੱਲ ਲੈ ਕੇ ਜਾਣਾ, ਪਰ ਜਾਂਦੇ ਜਾਂਦੇ ਸੁਫਨਾ ਮੂਵੀ ਦੇ ਵਿੱਚ ਇੱਕ ਤੁਸੀਂ ਪਲੇਅ ਕੀਤਾ ਸੀ, ਇੱਕ ਗਾਣੇ ਦੇ ਵਿੱਚ ਹਾਰਮੋਨੀਅਮ ਜਿਹੜਾ, ਉਸ ਨੂੰ ਮੈਂ ਕਹਿੰਦਾ ਇੱਕ ਵਾਰੀ ਆਪਾਂ ਦਰਸ਼ਕਾਂ ਦੀ, ਕਿਹੜਾ ਗਾਣਾ ਕਿਹੜਾ ਸੀ ਵੈਸੇ? ਕਬੂਲ ਹੈ, ਕਬੂਲ ਹੈ। ਉਹਦੇ ਵਿੱਚ ਮੇਰਾ ਹਾਰਮੋਨੀਅਮ ਵੀ ਹੈ, ਉਹਦੇ ਵਿੱਚ ਮੇਰਾ ਤਬਲਾ ਵੀ ਹੈ, ਢੋਲਕ ਵੀ ਹੈ। ਅੱਛਾ, ਢੋਲਕ ਵੀ ਵਜਾ ਲੈਂਦੇ ਹੋ? ਹਾਂ, ਬਹੁਤ ਗਾਣੇ ਹੈ, ਤਿਤਲੀਆਂ ਵਗੈਰਾ, ਜਾਂ ਯਾਰ ਮੇਰਾ ਤਿਤਲੀਆਂ ਵਰਗਾ। ਹਾਂ, ਅੱਖ ਖੁੱਲੀ ਤੇ ਪਤਾ ਲੱਗਿਆ ਮੈਂ ਸੁਪਨਾ ਵੇਖ ਰਿਹਾ ਸੀ ਅਮਰਿੰਦਰ ਜੀ ਦਾ, ਜਦ ਲਾਈਆਂ ਮਣਕ ਦੀਆਂ ਕਲੀਆਂ, ਐਸੇ ਕਿੰਨੇ ਗਾਣੇ, ਬਾਜਰੇ ਦਾ ਸਿੱਟਾ, ਉਹ ਜੋਤੀਕਾ ਟਾਂਗਰੀ ਜੀ ਦਾ ਜਿਹੜਾ, ਉਹ ਉਸ ਫਿਲਮ ਦੇ ਬਹੁਤ ਗਾਣੇ ਮੇਰੇ ਵੱਜੇ ਹੋਏ ਹੈ। ਟਾਈਟਲ ਸੌਂਗ 'ਚ ਤਬਲਾ ਮੇਰਾ ਵੱਜਿਆ ਹੋਇਆ, ਹੋਰ ਬਹੁਤ, ਮਤਲਬ ਮੈਂ ਤੁਹਾਨੂੰ ਦੱਸਣਾ, ਫਿਰ ਆਪਾਂ ਬਹੁਤ ਲੰਬਾ ਸਿਲਸਿਲਾ ਹੈ। ਤੁਹਾਨੂੰ ਮੈਂ ਕਬੂਲ ਹੈ ਜ਼ਰੂਰ ਉਹ ਸੁਣਾਉਣਾ।
ਸ਼ਿਬੂ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਸਾਂਝਾ ਕਰਨ ਲਈ, ਤੇ ਉਮੀਦ ਆ ਕਿ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਚੰਗੇ ਚੰਗੇ ਗਾਣੇ ਜਿਹੜੇ ਨੇ ਚੰਗੇ ਚੰਗੇ ਆਰਟਿਸਟਾਂ ਦੇ ਨਾਲ ਜਿਹੜਾ ਆਪਣੀ ਕਲਾ ਦਿਖਾਉਂਦੇ ਰਹੋਗੇ। ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਦੋਸਤੋ, ਬਾਈ ਸ਼ਿਬੂ ਹੋਣੀ ਸੀ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਤਾਂ ਅਨੇਕਾਂ ਆਈਆਂ, ਪਰ ਆਪਣੇ ਹਿੰਮਤ ਤੇ ਆਪਣੇ ਹੌਸਲੇ ਦੇ ਨਾਲ ਇਹਨਾਂ ਨੂੰ ਉਹ ਮੁਸ਼ਕਲਾਂ ਬਹੁਤ ਛੋਟੀਆਂ ਲੱਗੀਆਂ। ਸਾਡੀ ਇਹ ਵੀਡੀਓ ਉਹਨਾਂ ਲੋਕਾਂ ਨੂੰ ਆਪਣੇ ਆਸ-ਪਾਸ ਜ਼ਰੂਰ ਦਿਖਾਇਓ ਜਿਹੜੇ ਕੁਝ ਮੁਸ਼ਕਲਾਂ ਆਉਣ ਤੋਂ ਬਾਅਦ ਆਪਣੀ ਹਿੰਮਤ ਹਾਰ ਕੇ, ਆਪਣਾ ਹੌਸਲਾ ਹਾਰ ਕੇ ਆਪਣੇ ਘਰਾਂ ਦੇ ਵਿੱਚ ਬੰਦ ਹੋ ਕੇ ਬੈਠ ਜਾਂਦੇ ਨੇ। ਕਿ ਜੇਕਰ ਤੁਸੀਂ ਹਿੰਮਤ ਕਰਦੇ ਰਹੋਗੇ, ਤੁਸੀਂ ਆਪਣਾ ਹੌਸਲਾ ਦਿਖਾਉਂਦੇ ਰਹੋਗੇ, ਤਾਂ ਕਾਮਯਾਬੀ ਇੱਕ ਦਿਨ ਤੁਹਾਨੂੰ ਜ਼ਰੂਰ ਮਿਲੇਗੀ। ਉਮੀਦ ਕਰਦੇ ਹਾਂ ਸ਼ਿਬੂ ਜੀ ਦੇ ਹੌਸਲੇ ਦੀ ਇਹ ਕਹਾਣੀ, ਇਹਨਾਂ ਦੇ ਹਿੰਮਤ ਦੀ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ ਜਲਦੀ ਤੁਹਾਡੇ ਤੱਕ ਦੁਬਾਰਾ ਮਿਲਾਂਗੇ। ਤਦ ਤੱਕ ਲਈ RMB ਟੈਲੀਵਿਜ਼ਨ ਦੇਖਦੇ ਰਹੋ। ਸੰਸਾਰਦੀਪ ਸਿੰਘ, ਚੰਡੀਗੜ੍ਹ।